Hello and welcome to my channel Victor's Knowledge. This is Chinu Sharma and today we are going to discuss a very important topic for all the upcoming exams, be it Naib Tehsildar, Patwari, Excise, HPSC, PPSC, Triple SB Board, UPSC. For all exams, this topic is the most important, and in this topic, which is international organizations, I shall be discussing 50 important organizations, and this video will be in two parts. In first part I will be covering 27 organizations and rest 23 will be covered in the next part. So please stay tuned and subscribe to my channel. Let's get started. So our first topic is, what is an international organization? International organization तो मतलब की है? Basically इंटरनेशनल ऑर्गेनाइजेशन ਦਾ ਸਿੰਪਲ ਜਿਹਾ ਮਤਲਬ ਹੈ ਉਹ ਆਰਗੇਨਾਈਜੇਸ਼ਨ ਜਿਹੜੀ ਕਿ ਵਰਲਡ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਟੇਟਸ ਦਾ ਮਤਲਬ ਹੈ ਉਰੇ ਕੰਟਰੀਜ਼ ਨੂੰ ਰੈਕੋਗਨਾਈਜ਼ ਕਰਦੀਆਂ ਨੇ, ਮਤਲਬ ਕਿ ਕਿਸੇ ਵੀ ਦੋ ਜਾਂ ਦੋ ਤੋਂ ਜ਼ਿਆਦਾ ਕੰਟਰੀਜ਼ ਬੇਸਿਕਲੀ ਜਿਵੇਂ ਇੱਕ ਆਰਗੇਨਾਈਜੇਸ਼ਨ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਨ ਲਈ ਘੱਟੋ ਘੱਟ 3 ਸਟੇਟਸ ਦੀ ਮੈਂਬਰਸ਼ਿਪ ਚਾਹੀਦੀ ਹੁੰਦੀ ਹੈ। ਤਾਂ ਜਿਹੜੀਆਂ ਸਟੇਟਸ ਨੇ, ਜਦੋਂ ਇਹ ਸਟੇਟਸ ਕਿਸੇ ਵੀ ਪਾਰਟਿਕੂਲਰ ਇਸ਼ੂ ਨੂੰ ਲੈ ਕੇ ਇੰਟਰਨੈਸ਼ਨਲ ਲੈਵਲ ਤੇ ਆਪਸ ਵਿੱਚ ਇੱਕ ਹੱਥ ਜੋੜਦੀਆਂ ਨੇ, ਆਪਸ ਵਿੱਚ ਮਿਲਦੀਆਂ ਨੇ, ਇੱਕ ਅਗਰੀਮੈਂਟ ਤਿਆਰ ਕਰਦੀਆਂ ਨੇ, ਤਾਂ ਉਸ ਇਕੱਠ ਨੂੰ, ਉਸ ਜੋੜ ਨੂੰ, ਅਗਰੀਮੈਂਟ ਨੂੰ ਆਪਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਨਾਮ ਦਿੰਦੇ ਹਾਂ। ਤੇ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਮੈਂਬਰ ਸਟੇਟਸ ਨੇ, ਜਿਹੜੀਆਂ ਕੰਟਰੀਜ਼ ਨੇ, ਉਹੀ ਡਿਸਾਈਡ ਕਰਦੀਆਂ ਨੇ ਕਿ ਉਸ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਆਪਾਂ ਨੇ ਚਲਾਉਣਾ ਹੈ, ਵੋਟਿੰਗ ਕਿਸ ਤਰ੍ਹਾਂ ਦੀ ਹੋਏਗੀ ਤੇ ਫੰਡਸ ਕਿੱਥੋਂ ਕਿੱਥੋਂ ਲੈਣੇ ਨੇ। ਸੋ ਬੇਸਿਕਲੀ ਜਿਹੜੇ ਵੀ ਰਾਈਟਸ ਨੇ ਉਹ ਉੱਥੋਂ ਉਸ ਆਰਗੇਨਾਈਜੇਸ਼ਨ ਦੇ ਪਰਮਾਨੈਂਟ ਮੈਂਬਰਸ ਦੇ ਕੋਲ ਨੇ। ਤੇ ਇੱਕ ਹੋਰ ਆਪਣੇ ਬਹੁਤ ਵਾਰੀ ਟਰਮ ਸੁਣੀ ਹੈ, ਇੰਟਰਨੈਸ਼ਨਲ ਲਾਅ। ਐਜ਼ ਸੱਚ ਇੰਟਰਨੈਸ਼ਨਲ ਲਾਅ ਕੀ ਹੈ? ਪਬਲਿਕ ਇੰਟਰਨੈਸ਼ਨਲ ਲਾਅ ਆਪਾਂ ਇਹਨੂੰ ਕਹਿੰਦੇ ਆ। ਇਹਦਾ ਮਤਲਬ ਹੈ ਕਿ ਉਹ ਲਾਅ ਜਿਹੜਾ ਕਿ ਦੋ ਨੇਸ਼ਨਸ, ਦੋ ਕੰਟਰੀਜ਼ ਦੇ ਵਿੱਚ ਜਦੋਂ ਵੀ ਕੋਈ ਇੰਟਰਨੈਸ਼ਨਲ ਵਰਲਡ ਲੈਵਲ ਤੇ ਡਿਸਪਿਊਟ ਆਉਂਦਾ ਹੈ, ਉਹਨੂੰ ਸੈਟੀਸਫਾਈ ਕਰਦਾ, ਉਸ ਡਿਸਪਿਊਟ ਨੂੰ ਸੌਰਟ ਆਊਟ ਕਰਦਾ, ਤਾਂ ਉਸ ਲਾਅ ਨੂੰ ਆਪਾਂ ਇੰਟਰਨੈਸ਼ਨਲ ਲਾਅ ਕਹਿੰਦੇ ਆ। ਜਿਹੜਾ ਇੰਟਰਨੈਸ਼ਨਲ ਲਾਅ ਹੈ ਇਹਦੇ ਵਿੱਚ ਕੋਈ ਐਜ਼ ਸੱਚ ਸੈਕਸ਼ਨਸ ਨਹੀਂ ਹੈ, ਜਿਵੇਂ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਨੇ, IPC ਹੈ, CRPC ਹੈ। ਤਾਂ ਇੰਟਰਨੈਸ਼ਨਲ ਲਾਅ ਦੇ ਵਿੱਚ ਕੀ ਹੈ, ਇੱਕ ਬੇਸਿਕ ਜਿਹਾ ਸਟਰਕਚਰ ਹੈ, ਇੱਕ ਰੂਲਸ ਦਿੱਤੇ ਹੋਏ ਨੇ, ਉਸ ਰੂਲਸ ਦੇ ਅਕੋਰਡਿੰਗ ਹੀ ਆਪਾਂ ਨੂੰ ਫਾਰਮੂਲੇਟ ਕਰਕੇ ਲਾਜ਼ ਨੂੰ ਇਸਟੈਬਲਿਸ਼ ਕੀਤਾ ਜਾਂਦਾ ਹੈ, ਲਾਜ਼ ਨੂੰ ਮੰਨਿਆ ਜਾਂਦਾ ਹੈ। ਸੋ ਇੰਟਰਨੈਸ਼ਨਲ ਲਾਅ ਐਜ਼ ਸੱਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਉੱਤੇ ਅਪਲਾਈ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਆਪਣੇ ਸੈਟ ਆਫ ਰੂਲਸ ਨੇ। ਬਟ ਜੇ ਕਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਨਾਲ ਇਸ ਤਰ੍ਹਾਂ ਦੀ ਲੜਾਈ ਹੋਵੇ ਕਿ ਕੁਝ ਕੰਟਰੀਜ਼ ਦੇ ਕੋਈ ਪ੍ਰੋਪਰ ਰਾਈਟਸ ਇਨਫ੍ਰਿੰਜ ਹੋਣ, ਤਾਂ ਉਸ ਰਾਈਟਸ ਨੂੰ ਆਪਾਂ ਲੈ ਕੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾ ਸਕਦੇ ਹਾਂ। ਤੇ ਇੰਟਰਨੈਸ਼ਨਲ ਕੋਰਟ ਬਾਰੇ ਆਪਾਂ ਵੀਡੀਓ ਦੇ ਵਿੱਚ ਅੱਗੇ ਪੜਾਂਗੇ। So here is the list of all important 50 international organizations. You can either take screenshot of these two slides or you can avail free PDF. In this video, I shall be covering first 27 important organizations and rest 23 will be covered in part 2. So our first important international organization is United Nations, and this one is the most important for all the exams, and you can definitely expect 1 or 2 questions from this topic. So ਸਭ ਤੋਂ ਪਹਿਲਾਂ ਆਪਾਂ United Nations ਦਾ background ਜਾਣਦੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 1914 ਤੋਂ 1918 ਤੱਕ World War I ਹੋਈ ਤੇ ਇਸ ਨੂੰ ਖਤਮ ਕਰਨ ਦੇ ਲਈ Treaty of Versailles ਸਾਈਨ ਕੀਤੀ ਗਈ, ਇੱਕ ਅਗਰੀਮੈਂਟ ਸਾਈਨ ਹੋਇਆ ਜਿਹਨੂੰ ਆਪਾਂ ਪੈਰਿਸ ਪੀਸ ਕਾਨਫਰੰਸ ਵੀ ਕਹਿੰਦੇ ਆ 1919 ਦੇ ਵਿੱਚ। ਤੇ ਉਸ ਟਾਈਮ ਦੇ ਜਿਹੜੇ US ਦੇ ਪ੍ਰੈਜ਼ੀਡੈਂਟ ਸੀਗੇ ਵੁਡਰੋ ਵਿਲਸਨ, ਉਹਨਾਂ ਨੇ 14 ਪੁਆਇੰਟ ਦਿੱਤੇ ਸੀ। 14 ਪੁਆਇੰਟ ਦਾ ਮਤਲਬ ਕੀ ਹੈ ਕਿ ਉਹਨਾਂ ਨੇ ਕੁਝ ਡਿਕਲੇਰੇਸ਼ਨ ਦਿੱਤੀਆਂ ਕਿ ਜੇ ਆਪਾਂ ਇਹ ਚੀਜ਼ਾਂ ਫੋਲੋ ਕਰਾਂਗੇ ਤਾਂ ਫਿਊਚਰ ਦੇ ਵਿੱਚ ਆਪਾਂ ਵਰਲਡ ਵਾਰ ਵਰਗੀ ਦੁਬਾਰਾ ਤੋਂ ਇਸ ਤਰ੍ਹਾਂ ਦੀ ਭਿਆਨਕ ਟਾਈਮ ਨੂੰ ਆਪਾਂ ਰੋਕ ਸਕਦੇ ਹਾਂ। ਸੋ ਉਹ 14 ਪੁਆਇੰਟ ਦੇ ਵਿੱਚੋਂ ਹੀ ਇੱਕ ਪੁਆਇੰਟ ਸੀ ਲੀਗ ਆਫ ਨੇਸ਼ਨ ਦੀ ਫਾਰਮੇਸ਼ਨ। ਲੀਗ ਆਫ ਨੇਸ਼ਨ ਦੀ ਪਹਿਲੀ ਮੀਟਿੰਗ ਹੋਈ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ, ਬਟ ਇਹ ਜ਼ਿਆਦਾ ਇਫੈਕਟਿਵ ਨਹੀਂ ਰਹੀ। ਲੀਗ ਆਫ ਨੇਸ਼ਨ ਨੂੰ ਜ਼ਿਆਦਾ ਕਿਸੇ ਨੇ ਸੀਰੀਅਸਲੀ ਨਹੀਂ ਲਿਆ, ਉਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੋਈ। ਸੋ ਉਸ ਤੋਂ ਬਾਅਦ ਕੀ ਹੋਇਆ, ਵਰਲਡ ਵਾਰ 2 ਆਈ ਤੇ ਵਰਲਡ ਵਾਰ 2 ਤੋਂ ਬਾਅਦ
ਇੱਕ ਹੋਰ ਅਗਰੀਮੈਂਟ ਟਾਈਪ ਚੀਜ਼ ਤਿਆਰ ਕੀਤੀ ਗਈ ਐਟਲਾਂਟਿਕ ਚਾਰਟਰ ਹੈ ਜਿਹਦਾ ਨਾਮ ਇਸ ਨੂੰ ਅਡਾਪਟ ਕੀਤਾ ਗਿਆ 25 ਜੂਨ 1945 ਦੇ ਵਿੱਚ ਤੇ ਲੀਗ ਆਫ ਨੇਸ਼ਨ ਦਾ ਆਈਡੀਆ ਉਰੇ ਡ੍ਰੌਪ ਕਰਤਾ ਤੇ ਯੂਨਾਈਟਿਡ ਨੇਸ਼ਨ ਦਾ ਆਈਡੀਆ ਉਰੇ ਇਮਰਜ ਹੋ ਗਿਆ ਸੋ ਜਿਹੜਾ ਟਰਮ ਯੂਨਾਈਟਿਡ ਨੇਸ਼ਨ ਹੈ ਵਰਡ ਯੂਨਾਈਟਿਡ ਨੇਸ਼ਨ ਹੈ ਇਹ ਪਹਿਲੀ ਵਾਰੀ ਕਿਨੇ ਕੋਇਨ ਕੀਤਾ ਕਿਨੇ ਨਾਮ ਰੱਖਿਆ ਉਸ ਟਾਈਮ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਫ੍ਰੈਂਕਲਿਨ ਡੀ ਰੂਜ਼ਵੈਲਟ ਉਹਨਾਂ ਨੇ ਨਾਮ ਰੱਖਿਆ ਤੇ ਇਹ ਕੁਐਸਚਨ 2018 ਪੀਸੀਐਸ ਐਗਜ਼ਾਮ ਦੇ ਵਿੱਚ ਆਇਆ ਸੀ ਪੰਜਾਬ ਪੀਸੀਐਸ ਐਗਜ਼ਾਮ ਸੋ ਇਸ ਤਰ੍ਹਾਂ ਦੇ ਕੁਐਸਚਨਸ ਬਹੁਤ ਇੰਪੋਰਟੈਂਟ ਹੁੰਦੇ ਆ and the portions that I have highlighted or put in boxes are the most important and you must remember this for exam. Next is 1942 ਦੇ ਵਿੱਚ ਕੀ ਹੋਇਆ ਹੁਣ ਆਪਾਂ ਨੇ ਦੇਖ ਲਿਆ ਕਿ ਯੂਨਾਈਟਿਡ ਨੇਸ਼ਨ ਦਾ ਆਈਡੀਆ ਆ ਗਿਆ ਕਿਨੇ ਨਾਮ ਰੱਖਤਾ ਫਿਰ 1942 ਦੇ ਵਿੱਚ ਪ੍ਰੋਪਰ ਇੱਕ ਡਿਕਲੇਅਰ ਕੀਤਾ ਗਿਆ ਯੂਨਾਈਟਿਡ ਨੇਸ਼ਨ ਨੂੰ ਅਨਾਉਂਸ ਕੀਤਾ ਗਿਆ ਆਫੀਸ਼ੀਅਲੀ ਇਹਦੀ ਅਨਾਉਂਸਮੈਂਟ ਹੋਈ 24 ਅਕਤੂਬਰ 1945 ਨੂੰ ਸ਼ਾਮ ਨੂੰ 4:30 ਵਜੇ ਕਿਨੇ ਕਿਨੇ ਦੀ ਫਾਊਂਡੇਸ਼ਨ ਰੱਖੀ ਤਿੰਨ ਬਹੁਤ ਇੰਪੋਰਟੈਂਟ ਨਾਮ ਨੇ ਰੂਜ਼ਵੈਲਟ ਯੂਐਸਏ ਦੇ ਪ੍ਰੈਜ਼ੀਡੈਂਟ ਚਰਚਿਲ ਬ੍ਰਿਟੇਨ ਦੇ ਸਟਾਲਿਨ ਯੂਐਸਐਸਆਰ ਰਸ਼ੀਆ ਦੇ ਪ੍ਰੈਜ਼ੀਡੈਂਟ ਸੋ ਇਹ ਤਿੰਨ ਨਾਮ ਬਹੁਤ ਇੰਪੋਰਟੈਂਟ ਨੇ ਨਾਓ ਫਾਊਂਡੇਸ਼ਨਲ ਮੈਂਬਰਸ ਕਿੰਨੇ ਸੀ ਪੰਜ ਫਾਊਂਡੇਸ਼ਨਲ ਮੈਂਬਰ ਸੀ ਜਿਨ੍ਹਾਂ ਨੇ ਨੀਂਹ ਰੱਖੀ ਯੂਨਾਈਟਿਡ ਨੇਸ਼ਨ ਦੀ ਤੇ ਇੰਡੀਆ ਵੀ ਉਹਦਾ ਪੰਜ ਮੈਂਬਰਸ ਚੋਂ ਇੱਕ ਮੈਂਬਰ ਸੀ ਆਫੀਸ਼ੀਅਲ ਲੈਂਗੁਏਜਸ ਕਿਹੜੀਆਂ ਨੇ 6 official languages ਨੇ Arabic, Chinese, English, French, Spanish and Russian. Total member ਕਿੰਨੇ ਨੇ 193 ਤੇ latest ਹੈ ਸਾਊਥ ਸੁਡਾਨ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨਸ ਹੈ ਵੈਟੀਕਨ ਸਿਟੀ ਤੇ ਪੈਲੇਸਟੀਨ ਇਹ ਦੋ ਮੈਂਬਰਸ ਨਹੀਂ ਹੈਗੇ ਹੈਡ ਕੌਣ ਹੈ ਯੂਨਾਈਟਿਡ ਨੇਸ਼ਨ ਦਾ ਸੈਕਟਰੀਏਟ ਜਨਰਲ ਐਂਟੋਨੀਓ ਗੁਟਰੇਸ ਪੋਰਚੁਗਲ ਬਹੁਤ ਵਾਰੀ ਆਪਾਂ ਐਗਜ਼ਾਮਸ ਦੇ ਵਿੱਚ ਦੇਖਿਆ ਕਿ ਜਿਹੜੀਆਂ ਇੰਪੋਰਟੈਂਟ ਆਰਗੇਨਾਈਜੇਸ਼ਨਸ ਨੇ ਇਹਨਾਂ ਦੇ ਹੈਡਸ ਤੇ ਉਹਨਾਂ ਦੀ ਕੰਟਰੀ ਆਫ origin ਇਹ ਵੀ ਕੁਐਸਚਨ ਪੁੱਛੇ ਜਾਂਦੇ ਨੇ So I have specially inserted a table which is related to the important organizations, their headquarters and also their heads with their countries of origin in part 2 video. Now United Nations ਦੇ कुछ principal organ ਨੇ कुछ main organs ਨੇ ਤੇ कुछ specialized agencies ਨੇ one by one ਆਪਾਂ ਇਹ ਸਾਰਿਆਂ ਨੂੰ ਪੜਾਂਗੇ So ਪੰਜ main organs ਕਿਹੜੇ ਨੇ General Assembly Security Council, International Court of Justice, ਜਿਹਨੂੰ ਆਪਾਂ ICJ ਵੀ ਕਹਿੰਦੇ ਆ, Economic and Social Council, ਜਿਹਨੂੰ ਆਪਾਂ ECOSOC ਵੀ ਕਹਿੰਦੇ ਆ, then Secretariat. ਤੇ ਉਰੇ ਇੱਕ ਬਹੁਤ ਇੰਪੋਰਟੈਂਟ ਚੀਜ਼ ਨੋਟ ਕਰਨ ਵਾਲੀ ਹੈ ਕਿ ਇੱਕ ਹੋਰ organ ਸੀ, ਪਹਿਲਾਂ 6 ਸੀ originally, but ਜਿਹੜਾ 6th ਸੀ Trusteeship Council, ਇਹਨੂੰ 1994 ਦੇ ਵਿੱਚ ਸਸਪੈਂਡ ਕਰਤਾ ਕਿਉਂਕਿ ਜਿਸ ਕੰਮ ਲਈ ਇਸ ਨੂੰ ਲੈ ਕੇ ਆਇਆ ਗਿਆ ਸੀ ਇਸ ਆਰਗਨ ਨੂੰ ਤਿਆਰ ਕੀਤਾ ਸੀ ਉਹ ਕੰਮ 1994 ਦੇ ਵਿੱਚ ਕੰਪਲੀਟ ਹੋ ਗਿਆ ਸੀ ਸੋ ਇਸ ਨੂੰ ਡ੍ਰੌਪ ਕਰਤਾ ਹੁਣ ਸਿਰਫ ਪੰਜ ਹੀ ਮੇਨ ਆਰਗਨਸ ਨੇ ਆਪਣੇ ਕੋਲ ਯੂਨਾਈਟਿਡ ਨੇਸ਼ਨਸ ਦੇ and I have number 2 3 4 5 so that you can get a complete chronological idea ਆਪਾਂ 1 to 50 ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਪੜਾਂਗੇ ਤੇ ਫਰਸਟ ਹੋਗੀ ਯੂਨਾਈਟਿਡ ਨੇਸ਼ਨ ਸੈਕੰਡ ਹੋਗੀ ਜਨਰਲ ਅਸੈਂਬਲੀ ਇਸੇ ਤਰ੍ਹਾਂ ਆਪਾਂ 50 ਕੰਪਲੀਟ ਕਰਾਂਗੇ to make things easier for you I have numbered here like this so ਹੁਣ ਪਹਿਲਾ ਆਰਗਨ ਆ ਗਿਆ UN ਜਨਰਲ ਅਸੈਂਬਲੀ ਇਹ ਮੇਨ ਆਰਗਨ ਹੈ ਤੇ ਸਾਰੇ ਮੈਂਬਰ ਸਟੇਟਸ ਇਹਦਾ ਪਾਰਟ ਨੇ ਬੇਸਿਕਲੀ ਜਨਰਲ ਅਸੈਂਬਲੀ ਕੀ ਹੈ ਇਹਨੂੰ ਆਪਾਂ ਵਰਲਡ ਪਾਰਲੀਮੈਂਟ ਵੀ ਕਹਿ ਦਿੰਦੇ ਆ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਰਾਜ ਸਭਾ ਹੈ ਲੋਕ ਸਭਾ ਹੈ ਤੇ ਪਾਰਲੀਮੈਂਟ ਹੈ ਤੇ ਵਰਲਡ ਲੈਵਲ ਤੇ ਪਾਰਲੀਮੈਂਟ ਕਿਹੜੀ ਹੈ ਜਿਹੜੀ ਕਿ ਮੇਨ ਹੈਡ ਹੈ ਉਹ ਹੈਗੀ ਹੈ ਜਨਰਲ ਅਸੈਂਬਲੀ ਉਰੇ ਜਿੰਨੇ ਵੀ ਡਿਸਕਸ਼ਨਸ ਨੇ ਡਿਬੇਟਸ ਨੇ ਸਾਰੇ ਵਰਲਡ ਦੇ ਇਸ਼ੂਜ਼ ਨੂੰ ਲੈ ਕੇ ਉਹ ਜਨਰਲ ਅਸੈਂਬਲੀ ਦੇ ਵਿੱਚ ਹੁੰਦੀਆਂ ਨੇ ਤੇ 193 ਮੈਂਬਰ ਸਟੇਟਸ ਇਹਦਾ ਪਾਰਟ ਨੇ ਤੇ ਹਰ ਮੈਂਬਰ ਸਟੇਟ ਕੋਲ VOTING ਰਾਈਟ ਹੈ ਤੇ ਉਰੇ ਤਿੰਨ ਤਰ੍ਹਾਂ ਦੇ ਸੈਸ਼ਨ ਹੁੰਦੇ ਨੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਣੀ ਪਾਰਲੀਮੈਂਟ 'ਚ ਵਿੰਟਰ ਸੈਸ਼ਨ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਸੈਸ਼ਨਸ ਹੁੰਦੇ ਨੇ ਉਸੇ ਤਰ੍ਹਾਂ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਹੈਗਾ ਰੈਗੂਲਰ ਸੈਸ਼ਨ ਜਿਹੜਾ ਸੈਪਟੈਂਬਰ ਟੂ ਦਸੰਬਰ ਤੱਕ ਚੱਲਦਾ ਹੈ ਫਿਰ ਹੁੰਦਾ ਇੱਕ ਸਪੈਸ਼ਲ ਇੱਕ ਹੁੰਦਾ ਐਮਰਜੈਂਸੀ ਜਿਹੜਾ ਕਿ ਜਿਵੇਂ ਕੋਈ ਵਰਲਡ ਲੈਵਲ ਤੇ ਐਮਰਜੈਂਸੀ ਇਸ਼ੂ ਆ ਜਾਵੇ ਤਾਂ 24 ਘੰਟੇ ਦੇ ਅੰਦਰ ਇਸ ਸੈਸ਼ਨ ਨੂੰ ਬੁਲਾਇਆ ਜਾਂਦਾ ਹੈ ਜਿੰਨੀਆਂ ਵੀ ਅਪਾਇੰਟਮੈਂਟਸ ਨੇ ਮੇਨ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀਆਂ ਉਹ ਸਾਰੀਆਂ ਜਨਰਲ ਅਸੈਂਬਲੀ ਦੇ ਅੰਡਰ ਹੀ ਹੁੰਦੀਆਂ ਨੇ ਤੇ ਉਹਨਾਂ ਨੂੰ ਪਾਸ ਕਰਨ ਦੇ ਲਈ 2/3 ਮੈਜੋਰਿਟੀ ਚਾਹੀਦੀ ਹੁੰਦੀ ਹੈ
ਹੁਣ ਆਪਾਂ ਕੁਝ ਰੀਸੈਂਟ ਅਪਡੇਟਸ ਦੇਖ ਲੈਂਦੇ ਹਾਂ ਕਿ ਰੀਸੈਂਟ ਕੀ ਹੋਇਆ ਜਨਰਲ ਅਸੈਂਬਲੀ ਨੂੰ ਲੈ ਕੇ। ਵੈਨੀਜ਼ੁਏਲਾ ਤੇ ਲੀਬੀਆ ਇਹ ਦੋ ਸਟੇਟਸ ਹੈ, ਕੰਟਰੀਜ਼ ਹੈ ਜਿਨ੍ਹਾਂ ਨੂੰ ਲਾਸਟ 3 ਸਾਲਾਂ ਦੇ ਵਿੱਚ ਸਸਪੈਂਡ ਕਰਤਾ ਸੀ VOTING ਤੋਂ। ਉਸ ਤੋਂ ਬਾਅਦ ਜਨਰਲ ਅਸੈਂਬਲੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਮੇਨ ਏਜੰਡਾ ਹੈ ਯੂਨਾਈਟਿਡ ਟੂ ਐਂਡ ਟਿਊਬਰਕਲੋਸਿਸ, TB ਨੂੰ ਖਤਮ ਕਰਨ ਦੇ ਲਈ ਇਕੱਠੇ ਹੋਣਾ। ਜਨਰਲ ਅਸੈਂਬਲੀ ਨੇ ਅਰਜੈਂਟਲੀ ਅਨਾਉਂਸ ਕੀਤਾ ਸੀ ਕਿ ਇਹ ਗਲੋਬਲ ਐਪੀਡੈਮਿਕ ਹੈ, ਇਹ ਬਹੁਤ ਗੰਦੀ ਤਰ੍ਹਾਂ ਪੂਰੀ ਦੁਨੀਆ 'ਚ ਫੈਲ ਰਿਹਾ ਹੈ ਜਿਹੜੀ TB ਦੀ ਬਿਮਾਰੀ ਹੈ, ਤੇ ਆਪਾਂ ਇਸ ਨੂੰ 2030 ਤੱਕ ਖਤਮ ਕਰਨਾ ਹੈ। ਤੇ ਇੰਡੀਆ ਨੇ TB ਨੂੰ ਖਤਮ ਕਰਨ ਦਾ ਜਿਹੜਾ ਆਪਣਾ ਪਲੈਜ ਲਿਆ ਉਹ ਲਿਆ 2025 ਤੱਕ, 5 ਸਾਲ ਪਹਿਲਾਂ UN ਡਿਵੈਲਪਮੈਂਟ ਗੋਲ ਤੋਂ। ਸੋ ਜਨਰਲ ਅਸੈਂਬਲੀ ਬੇਸਿਕਲੀ ਹਰ ਤਰ੍ਹਾਂ ਦੇ ਮੇਨ ਇਸ਼ੂਜ਼ ਨੂੰ ਡੀਲ ਕਰਦੀ ਹੈ। Next है the President of General Assembly is elected each year by Assembly to serve a 1-year term of office। ਜਿਹੜਾ President है General Assembly ਦਾ ਉਹ ਸਿਰਫ 1 ਸਾਲ ਲਈ ਹੀ ਅਪਾਇੰਟ ਕੀਤਾ ਜਾਂਦਾ ਹੈ ਤੇ ਹਰ ਸਾਲ ਉਹਦੀ ਇਲੈਕਸ਼ਨ ਹੁੰਦੀ ਹੈ। 6 ਮੇਨ ਕਮੇਟੀਜ਼ ਨੇ ਜਨਰਲ ਅਸੈਂਬਲੀ ਦੀਆਂ, ਜਿਵੇਂ ਕਿ ਡਿਸਆਰਮਾਮੈਂਟ ਐਂਡ ਇੰਟਰਨੈਸ਼ਨਲ ਸਿਕਿਉਰਿਟੀ, ਕੋਈ ਆਪਣੀ ਟੈਰਰਿਜ਼ਮ ਨਾਲ ਰਿਲੇਟਿਡ, ਕੋਈ ਆਪਣੇ ਹਥਿਆਰਾਂ ਨਾਲ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਰਿਲੇਟਿਡ, ਇਹ ਸਾਰੀ ਪਹਿਲੀ ਕਮੇਟੀ ਹੈ ਜਿਹਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਡਿਸਕਸ ਹੁੰਦੀਆਂ ਨੇ। ਸੈਕੰਡ ਕਮੇਟੀ ਹੈਗੀ ਹੈ ਜਿਹੜੀ ਕਿ ਇਕਨੋਮਿਕ ਪੈਸੇ ਵਗੈਰਾ ਨਾਲ ਰਿਲੇਟਿਡ ਚੀਜ਼ਾਂ ਨੂੰ, ਫਾਈਨੈਂਸ਼ੀਅਲ ਕੰਡੀਸ਼ਨ ਕੰਟਰੀਜ਼ ਦੀ ਉਸ ਨੂੰ ਡਿਸਕਸ ਕਰਦੀ ਹੈ। ਥਰਡ ਹੈਗੀ ਜਿਹੜੀ ਕਲਚਰ ਸੋਸ਼ਲ ਇਸ ਤਰ੍ਹਾਂ ਦੇ ਟੌਪਿਕਸ ਨੂੰ। ਫੋਰਥ ਪੋਲੀਟੀਕਲ। ਫਿਫਥ ਐਡਮਿਨਿਸਟ੍ਰੇਟਿਵ ਐਂਡ ਬਜਟਰੀ ਕਿ ਕਿਸ ਕੰਟਰੀ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕਿੰਨਾ ਬਜਟ ਐਲੋਕੇਟ ਕਰਨਾ ਹੈ ਅਲੱਗ-ਅਲੱਗ ਸਕੀਮਸ ਦੇ ਅੰਡਰ। ਸਿਕਸਥ ਹੈਗੀ ਲੀਗਲ, ਲਾਅ ਨਾਲ ਰਿਲੇਟਿਡ। ਸੋ ਬੇਸਿਕਲੀ ਹਰ ਮੈਂਬਰ ਸਟੇਟ ਦਾ ਇੱਕ ਬੰਦਾ ਇਹਨਾਂ ਕਮੇਟੀਜ਼ ਦੇ ਵਿੱਚ ਮੇਨਲੀ ਆਪਣੇ ਆਪ ਨੂੰ ਰੈਪਰੈਜ਼ੈਂਟ ਕਰਦਾ ਹੈ, ਆਪਣੀ ਕੰਟਰੀ ਨੂੰ ਰੈਪਰੈਜ਼ੈਂਟ ਕਰਦਾ ਹੈ। ਨੈਕਸਟ ਆਉਂਦੀ ਹੈ ਇੰਪੋਰਟੈਂਟ ਆਰਗਨ UN ਸਿਕਿਉਰਿਟੀ ਕਾਉਂਸਲ। UN ਸਿਕਿਉਰਿਟੀ ਕਾਉਂਸਲ, ਵਰਡ ਸਿਕਿਉਰਿਟੀ ਤੋਂ ਆਪਣੇ ਦਿਮਾਗ ਵਿੱਚ ਥੋੜਾ ਜਿਹਾ ਆਈਡੀਆ ਆ ਰਿਹਾ ਹੈ ਕਿ ਇਹਦਾ ਕੀ ਮਤਲਬ ਹੈ। ਬੇਸਿਕਲੀ ਇਹ ਇੰਟਰਨੈਸ਼ਨਲ ਲੈਵਲ ਤੇ ਸ਼ਾਂਤੀ ਤੇ ਸਿਕਿਉਰਿਟੀ ਸੇਫਟੀ ਬਣਾਈ ਰੱਖਣ ਦੇ ਲਈ ਕੰਟਰੀਜ਼ ਦੇ ਵਿੱਚ ਵਰਲਡ ਲੈਵਲ ਤੇ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਲਈ ਇੱਕ ਕਾਉਂਸਲ ਹੈ ਆਪਣੇ ਕੋਲ, ਜਿਹੜਾ ਕਿ ਪ੍ਰੋਪਰ ਧਿਆਨ ਰੱਖਦਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਸਾਰੀਆਂ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਸ਼ਾਂਤੀ ਬਣੀ ਰਹੇ। ਤੇ ਟੋਟਲ 15 ਮੈਂਬਰ ਨੇ, 5 ਪਰਮਾਨੈਂਟ 10 ਨਾਨ ਪਰਮਾਨੈਂਟ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। 5 ਪਰਮਾਨੈਂਟ ਮੈਂਬਰ ਕਿਹੜੇ ਨੇ? US, UK, ਰਸ਼ੀਆ, ਫਰਾਂਸ ਐਂਡ ਚਾਈਨਾ। ਤੇ 10 ਨਾਨ ਪਰਮਾਨੈਂਟ ਕਿਹੜੇ ਨੇ? ਇਸਟੋਨੀਆ, ਇੰਡੀਆ, ਆਇਰਲੈਂਡ, ਕੀਨੀਆ, ਮੈਕਸੀਕੋ, ਨਾਈਜਰ, ਨਾਰਵੇ, ਸੇਂਟ ਵਿੰਸੈਂਟ, ਗ੍ਰੇਨੇਡਾਈਨਸ, ਟਿਊਨੀਸ਼ੀਆ ਐਂਡ ਵੀਅਤਨਾਮ। ਸੋ ਇੰਡੀਆ ਆਪਾਂ ਦੇਖ ਸਕਦੇ ਹਾਂ ਕਿ ਨਾਨ ਪਰਮਾਨੈਂਟ ਮੈਂਬਰ ਹੈ। ਰੀਸੈਂਟਲੀ ਇੰਡੀਆ ਇਲੈਕਟ ਕੀਤਾ ਗਿਆ ਨਾਨ ਪਰਮਾਨੈਂਟ ਮੈਂਬਰ 8ਵੀਂ ਵਾਰੀ ਅਨਅਪੋਜ਼ਡ, ਮਤਲਬ ਕਿ ਬਹੁਤ ਜ਼ਿਆਦਾ ਮੈਜੋਰਿਟੀ ਵੋਟਿੰਗ ਨਾਲ ਜਿੱਤਿਆ ਇੰਡੀਆ। 193 ਚੋਂ 184 ਵੋਟਾਂ ਇੰਡੀਆ ਨੂੰ ਪਈਆਂ। ਇੱਕ ਹੋਰ ਬਹੁਤ ਇੰਪੋਰਟੈਂਟ ਆਪਣੇ ਕੋਲ ਆਪਾਂ ਨੇ ਬਾਰ-ਬਾਰ ਇਹ ਚੀਜ਼ ਟਰਮ ਸੁਣੀ ਹੈ ਕਰੰਟ ਅਫੇਅਰਸ ਦੇ ਵਿੱਚ ਜਾਂ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ, UNSC ਰੈਜ਼ੋਲੂਸ਼ਨ 1267। ਇਹ ਰੈਜ਼ੋਲੂਸ਼ਨ ਕੀ ਹੈ? ਬੇਸਿਕਲੀ ਜਿਹੜੀ ਸੈਂਕਸ਼ਨ ਕਮੇਟੀ ਹੈ ਰੈਜ਼ੋਲੂਸ਼ਨ 1267 ਦੇ ਅੰਦਰ ਬਣਾਈ ਗਈ। ਇਹ ਸੈਂਕਸ਼ਨ ਕਮੇਟੀ ਕੀ ਹੈ? ਸੈਂਕਸ਼ਨ ਕਮੇਟੀ ਦਾ ਮਤਲਬ ਹੈ ਜਿਹੜੀ ਕਿ ਕਿਸੇ ਦੇ ਉੱਤੇ ਕੋਈ ਰਿਸਟ੍ਰਿਕਸ਼ਨਸ ਲਗਾਵੇ, ਜਿਵੇਂ ਕੋਈ ਗਲੋਬਲ ਲੈਵਲ ਤੇ ਕੋਈ ਪੀਸ ਜਾਂ ਸਿਕਿਉਰਿਟੀ ਨੂੰ ਜਦੋਂ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹਦੇ ਤੇ ਜਦੋਂ ਕੋਈ ਆਪਾਂ ਬੈਨ ਲਗਾਈਏ, ਕੋਈ ਸੈਂਕਸ਼ਨਸ ਲਗਾਈਏ। ਸੈਂਕਸ਼ਨਸ ਦਾ ਮਤਲਬ ਹੈ ਬੇਸਿਕਲੀ ਕਿ ਕੋਈ ਆਪਾਂ ਉਸਨੂੰ ਰੋਕੀਏ, ਉਹਦੇ ਉੱਤੇ ਕੋਈ ਲਾਜ਼ ਇੰਪਲੀਮੈਂਟ ਕਰੀਏ। ਤਾਂ ਇੱਕ ਰੈਜ਼ੋਲੂਸ਼ਨ ਲਿਆ ਗਿਆ 1267 ਜਿਹਦਾ ਨਾਮ ਹੈ 1999 ਦੇ ਵਿੱਚ ਕਿ ਜਿੰਨੇ ਵੀ ਗਲੋਬਲ ਇੰਟਰਨੈਸ਼ਨਲ ਲੈਵਲ ਤੇ ਮੇਨ ਟੈਰਰਿਸਟ ਗਰੁੱਪ ਨੇ ਉਹਨਾਂ ਨੂੰ ਆਪਾਂ ਰੋਕਣਾ, ਉਹਨਾਂ ਨੂੰ ਬੈਨ ਕਰਨਾ, ਉਹਨਾਂ ਦੇ ਜਿਹੜੇ ਕੰਮ ਹੈ ਉਹਨਾਂ ਤੇ ਆਪਾਂ ਨੇ ਚੈੱਕ ਲਗਾਉਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਰੈਜ਼ੋਲੂਸ਼ਨ ਦੇ ਅੰਦਰ ਇੱਕ ਕਮੇਟੀ ਤਿਆਰ ਕੀਤੀ ਗਈ। ਤੇ ਰੀਸੈਂਟਲੀ ਆਪਾਂ ਨੂੰ ਪਤਾ ਹੈ ਕਿ ਮਈ 2019 ਦੇ ਵਿੱਚ ਮਸੂਦ ਅਜ਼ਹਰ ਨੂੰ ਗਲੋਬਲ ਟੈਰਰਿਸਟ ਇਸੇ ਕਮੇਟੀ ਦੇ ਅੰਡਰ, ਇਸੇ ਰੈਜ਼ੋਲੂਸ਼ਨ ਦੇ ਅੰਡਰ ਡਿਕਲੇਅਰ ਕੀਤਾ ਗਿਆ ਸੀ ਇੰਡੀਆ ਦੀ ਡਿਮਾਂਡ ਤੇ ਚਾਈਨਾ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਸੀ ਆਪਣੀ ਵੀਟੋ ਪਾਵਰ ਯੂਜ਼ ਕਰਕੇ। ਜਿਹੜੀ ਸਪੈਸ਼ਲ ਪਰਮਾਨੈਂਟ ਮੈਂਬਰਸ ਨੂੰ ਪਾਰ ਮਿਲਦੀ ਹੈ ਉਸ ਨੂੰ ਯੂਜ਼ ਕਰਕੇ ਚਾਈਨਾ ਨੇ ਅਪੋਜ਼ ਕੀਤਾ ਸੀ।
Next on the important organ, secretariat. Secretariat एक administrative kind ਦੀ organization ਹੈ, main organ ਹੈ United Nation ਦਾ। ਤੇ secretariat ਕੀ ਹੈ? ਇਹਦੇ ਵਿੱਚ ਇੱਕ secretary general ਹੁੰਦਾ ਹੈ ਤੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟਾਫ ਹੁੰਦਾ ਹੈ ਜਿਹੜਾ ਕਿ United Nation ਦਾ day to day ਦਾ administrative work ਨੂੰ ਸੰਭਾਲਦੇ ਆ। ਤੇ ਜਿਹੜੇ ਯੂਨਾਈਟਿਡ ਸਟਾਫ ਮੈਂਬਰ ਨੇ ਉਹਨਾਂ ਨੂੰ ਆਪਾਂ ਇੰਟਰਨੈਸ਼ਨਲੀ ਵੀ ਰਿਕਰੂਟ ਕਰਦੇ ਆ ਜਾਂ ਲੋਕਲ ਲੈਵਲ ਤੋਂ ਵੀ ਆਪਾਂ ਅਲੱਗ-ਅਲੱਗ ਕੰਟਰੀਜ਼ ਚੋਂ ਲੈ ਕੇ ਆਉਂਦੇ ਆ। ਤੇ ਜਿੰਨੇ ਵੀ ਪੀਸ ਮਿਸ਼ਨ ਨੇ, ਜਿੰਨੇ ਵੀ ਸ਼ਾਂਤੀ ਬਣਾ ਕੇ ਰੱਖਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਮਿਸ਼ਨਸ ਨੇ ਜਾਂ ਕੋਈ ਹੋਰ ਡਿਊਟੀਆਂ ਨੇ, ਉਹ ਸਾਰੇ ਆਪਾਂ ਉਹਨਾਂ ਨੂੰ ਅਸਾਈਨ ਕਰਦੇ ਆ। ਸੋ ਇਹ ਬੇਸਿਕਲੀ ਕੰਮ ਹੈ ਸੈਕਟਰੀਏਟ ਦਾ, ਮੇਨਲੀ ਐਡਮਿਨਿਸਟ੍ਰੇਸ਼ਨ ਨੂੰ ਸੰਭਾਲਣਾ ਯੂਨਾਈਟਿਡ ਨੇਸ਼ਨ ਦੀ। Next on the ICJ, International Court of Justice. ICJ basically ਕੀ ਹੈ? ਇਹ ਯੂਨਾਈਟਿਡ ਨੇਸ਼ਨ ਦਾ ਪ੍ਰਿੰਸੀਪਲ ਜੁਡੀਸ਼ੀਅਲ ਆਰਗਨ ਹੈ। ਜਿਵੇਂ ਕਿ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਹੈ ਆਪਣੀ ਹੈਡ, ਉਵੇਂ ਇੰਟਰਨੈਸ਼ਨਲ ਲੈਵਲ ਤੇ, ਗਲੋਬਲ ਲੈਵਲ ਤੇ ਸਾਰੀਆਂ ਕੰਟਰੀਜ਼ ਦੀ ਸੁਪਰੀਮ ਕੋਰਟ ਕਿਹੜੀ ਹੈ? ICJ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਜੂਨ 1945 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ ਤੇ ਇਹਨੇ ਆਪਣਾ ਕੰਮ ਅਪ੍ਰੈਲ 1946 ਦੇ ਵਿੱਚ ਸਟਾਰਟ ਕੀਤਾ। ਇਸ ਤੋਂ ਪਹਿਲਾਂ ਪਰਮਾਨੈਂਟ ਕੋਰਟ ਆਫ ਇੰਟਰਨੈਸ਼ਨਲ ਜਸਟਿਸ ਹੁੰਦੀ ਸੀ ਤੇ ਜਿਹੜੀ ਕਿ 1920 ਵਾਲੀ ਲੀਗ ਆਫ ਨੇਸ਼ਨ ਦੇ ਅੰਡਰ ਬਣੀ ਸੀ ਤੇ ICJ ਨੇ ਉਹਨੂੰ ਸਕਸੀਡ ਕੀਤਾ। ICJ ਉਸ ਤੋਂ ਬਾਅਦ ਹੈ। ਇੱਕ ਬਹੁਤ ਹੀ ਇੰਪੋਰਟੈਂਟ ਨੇਮ ਹੈ, ਬਹੁਤ ਹੀ ਜ਼ਿਆਦਾ ਰਿਨਾਊਂਡ ਪਰਸਨ, ਜਸਟਿਸ ਦਲਵੀਰ ਭੰਡਾਰੀ ਜੀ। ਇਹ ਇੰਡੀਅਨ origin ਦੇ ਜੱਜ ਨੇ ICJ ਦੇ ਤੇ ਬਹੁਤ ਵਾਰੀ ਇਹ ਦੁਬਾਰਾ ਇਲੈਕਟ ਹੋਏ ਨੇ। ਟੋਟਲ ICJ ਦੇ ਵਿੱਚ 18 ਜੱਜਿਸ ਨੇ। ਨੈਕਸਟ ਔਨ ਦਾ ECOSOC, ਇਕਨੋਮਿਕ ਐਂਡ ਸੋਸ਼ਲ ਕਾਉਂਸਲ। ਨਾਮ ਤੋਂ ਹੀ ਆਪਾਂ ਨੂੰ ਪਤਾ ਚੱਲ ਰਿਹਾ ਕਿ ਜਿਹੜੀ ਕਾਉਂਸਲ ਆਰਗੇਨਾਈਜੇਸ਼ਨ ਅਲੱਗ-ਅਲੱਗ ਤਰ੍ਹਾਂ ਦੇ ਇਨਵਾਇਰਨਮੈਂਟ ਰਿਲੇਟਡ, ਸੋਸ਼ਲ, ਇਕਨੋਮਿਕ, ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਪਾਲਿਸੀਜ਼ ਬਣਾਉਂਦੇ ਆ, ਫਾਰਮੂਲੇਟ ਕਰਦੇ ਆ, ਅਲੱਗ-ਅਲੱਗ ਜਗ੍ਹਾ ਤੇ ਸਬਮਿਟਸ ਆਰਗੇਨਾਈਜ਼ ਕਰਵਾਉਂਦੇ ਨੇ, ਉਹ ਕੌਣ ਹੈ? ECOSOC। ਤੇ ਇਹਦੇ ਟੋਟਲ 54 ਮੈਂਬਰਸ ਨੇ ਤੇ ਜਨਰਲ ਅਸੈਂਬਲੀ ਹੈ ਜਿਹੜੀ ਉਹ ਇਲੈਕਟ ਕਰਦੀ ਹੈ ਮੈਂਬਰਸ ਨੂੰ। ਤੇ ਇਹਨੂੰ ਆਪਾਂ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਇਹਦੇ ਵਿੱਚ ਯਾਦ ਰੱਖਣ ਵਾਲੀ ਹੈ ਕਿ ਹਰ ਸਾਲ ਜਿਹੜਾ ECOSOC ਹੈ ਉਹ ਆਪਣੇ ਕੰਮ ਨੂੰ ਇੱਕ ਸਪੈਸ਼ਲ ਤਰ੍ਹਾਂ ਦੇ ਥੀਮ ਨੂੰ ਲੈ ਕੇ, ਜਿਹੜਾ ਕਿ ਥੀਮ ਜਿਵੇਂ ਕੋਈ ਵੀ ਲੈ ਲਓ, ਕੋਈ ਫੂਡ ਨਾਲ ਰਿਲੇਟਡ, ਕੋਈ ਹੈਲਥ ਨਾਲ ਰਿਲੇਟਡ, ਇਸ ਤਰ੍ਹਾਂ ਦੇ ਕਿਸੇ ਥੀਮ ਨੂੰ ਉਹ ਚੱਕਦੇ ਨੇ ਤੇ ਉਹਨੂੰ ਆਪਣੇ ਸਾਲ ਦਾ ਇੱਕ ਪ੍ਰੋਪਰ ਟੀਚਾ ਤਿਆਰ ਕਰਦੇ ਨੇ ਕਿ ਇਸ ਸਾਲ ਆਪਾਂ ਨੇ ਇਸ ਥੀਮ ਨੂੰ ਲੈ ਕੇ ਹੀ ਪਾਲਿਸੀਜ਼ ਤਿਆਰ ਕਰਨੀਆਂ ਨੇ, ਇਸ ਗੋਲ ਨੂੰ ਅਚੀਵ ਕਰਨਾ ਹੈ। ਸੋ ਬੇਸਿਕਲੀ ਹਰ ਸਾਲ ECOSOC ਆਪਣਾ ਇੱਕ ਗਲੋਬਲ ਇੰਪੋਰਟੈਂਸ ਦੇ ਟੌਪਿਕ ਨੂੰ ਚੱਕ ਕੇ ਥੀਮ ਤਿਆਰ ਕਰਦੇ ਨੇ। ਸੋ ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਇੱਕ ਆਪਣਾ ਐਨੂਅਲੀ ਥੀਮ ਤਿਆਰ ਕਰਦੀ ਹੈ ਆਪਣੇ ਕੰਮ ਨੂੰ, ਆਪਣੇ ਗੋਲਸ ਨੂੰ, ਡਿਵੈਲਪਮੈਂਟ ਗੋਲਸ ਨੂੰ ਕੰਪਲੀਟ ਕਰਨ ਦੇ ਲਈ। ਸੋ that organization is ECOSOC. Last is Trusteeship Council. This is sixth organ of United Nation. 1945 ਦੇ ਵਿੱਚ ਇਹ ਇਸਟੈਬਲਿਸ਼ ਕੀਤਾ ਗਿਆ ਸੀ ਤੇ ਟਰਸਟੀਸ਼ਿਪ ਕਾਉਂਸਲ ਹੈ ਜਿਹੜੀ ਬੇਸਿਕਲੀ ਇਹ 1994 ਦੇ ਵਿੱਚ ਸਸਪੈਂਡ ਕਰਤਾ ਸੀ ਇਹਦਾ ਆਪਰੇਸ਼ਨ, ਕਿਉਂਕਿ ਇਹ ਜਿਸ ਕੰਮ ਦੇ ਲਈ ਬਣੀ ਸੀ, ਜਿੰਨੀਆਂ ਵੀ ਟਰਸਟ ਟੈਰੀਟਰੀ ਸੀਗੀਆਂ, ਜਿੰਨੀਆਂ ਵੀ ਪਹਿਲਾਂ ਜਿਵੇਂ ਕਿਸੇ ਦੇ ਅੰਡਰ ਆਈਆਂ ਹੋਈਆਂ ਜਾਂ ਇੱਕ ਸਟੇਟ ਨੇ ਦੂਜੀ ਸਟੇਟ ਤੋਂ ਕੋਈ ਲਈ ਹੋਈ ਹੈ ਜਾਂ ਕੋਈ ਵਰਲਡ ਵਾਰ 1 ਤੋਂ ਬਾਅਦ ਕੋਈ ਇੰਡੀਪੈਂਡੈਂਟ ਨਹੀਂ ਹੋਈਆਂ ਸੀਗੀਆਂ ਜਾਂ ਕਿਸੇ ਦੇ ਆਪਣੀ ਕੋਈ ਪ੍ਰੋਪਰ ਟੈਰੀਟਰੀ ਦੀ ਕੋਈ ਰੈਕੋਗਨੀਸ਼ਨ ਨਹੀਂ ਸੀ, ਸੋ ਉਹ ਸਾਰੀਆਂ ਟੈਰੀਟਰੀਜ਼, ਉਹਨਾਂ ਸਾਰੀਆਂ ਦਾ ਕੰਮ ਦੇਖਣ ਲਈ ਜਿਹੜੇ ਕਿ ਵਰਲਡ ਵਾਰ 1 ਤੋਂ ਬਾਅਦ ਟੈਰੀਟਰੀਜ਼ ਨੂੰ ਕੋਈ ਪ੍ਰੋਪਰ ਇੱਕ ਸਟੇਟਸ ਨਹੀਂ ਸੀ ਮਿਲਿਆ, ਇੱਕ ਲੀਗਲ ਸਟੇਟਸ ਨਹੀਂ ਸੀ ਮਿਲਿਆ, ਉਹ ਟੈਰੀਟਰੀਜ਼ ਦਾ ਐਜ਼ ਅ ਟਰਸਟੀ ਉਹਨਾਂ ਦੀ ਦੇਖ-ਰੇਖ ਕਰਦੀ ਸੀ ਟਰਸਟੀਸ਼ਿਪ ਕਾਉਂਸਲ। ਬਟ 1994 ਦੇ ਵਿੱਚ ਜਿੰਨੀਆਂ ਵੀ ਟਰਸਟ ਟੈਰੀਟਰੀ ਸੀਗੀਆਂ ਸਾਰੀਆਂ ਇੰਡੀਪੈਂਡੈਂਟ ਹੋ ਗਈਆਂ, ਆਪਣੀ ਆਪਣੀ ਉਹਨਾਂ ਨੂੰ ਸਰਕਾਰ ਮਿਲ ਗਈ, ਆਪਣੀ ਲੀਗਲ ਸਟੇਟਸ ਮਿਲ ਗਿਆ, ਸੈਲਫ ਗਵਰਨਮੈਂਟ ਹੋ ਗਈ। ਸੋ ਇਸ ਦਾ ਕੰਮ ਖਤਮ ਹੋ ਗਿਆ ਤੇ 1 ਨਵੰਬਰ 1994 ਤੋਂ ਇਹਦੇ ਸਾਰੇ ਕੰਮ ਸਸਪੈਂਡ ਹੋ ਗਏ। ਹੁਣ ਇਹ ਆਰਗਨ ਆਪਾਂ ਨਹੀਂ ਮੰਨਦੇ। ਹੁਣ ਪ੍ਰੈਜ਼ੈਂਟਲੀ ਆਪਣੇ ਕੋਲ ਸਿਰਫ 5 ਮੇਨ ਪ੍ਰਿੰਸੀਪਲ ਆਰਗਨਸ ਨੇ ਯੂਨਾਈਟਿਡ ਨੇਸ਼ਨ ਦੇ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇਖੀਆਂ ਆਪਾਂ ਨੇ, ਹੁਣ ਕੁਝ ਸਪੈਸ਼ਲਾਈਜ਼ਡ ਏਜੰਸੀਜ਼ ਦੇਖਾਂਗੇ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਕਿ ECOSOC ਦੇ ਅੰਡਰ ਹੀ ਕੰਮ ਕਰਦੀਆਂ ਨੇ। ਇਕਨੋਮਿਕ ਤੇ ਸੋਸ਼ਲ ਬੇਸਿਕਲੀ ਇਹ ਦੋ ਏਮਸ ਨੂੰ ਲੈ ਕੇ ਕੰਮ ਕਰਦੀਆਂ ਨੇ ਤੇ ਉਹਨਾਂ ਵਿੱਚੋਂ ਪਹਿਲੀ ਇੰਪੋਰਟੈਂਟ ਯੂਨਾਈਟਿਡ ਨੇਸ਼ਨ ਦੀ ਜਿਹੜੀ ਬਾਡੀ ਹੈ ਉਹ ਹੈਗੀ ਹੈ ਵਰਲਡ ਬੈਂਕ ਗਰੁੱਪ।
टोटल मैंबर्स किन्ने ने 189 मैंबर कंट्रीज ने। ਤੇ ਜਿਹੜਾ ਵਰਲਡ ਬੈਂਕ ਗਰੁੱਪ ਹੈ ਇੱਕ ਪੂਰਾ ਗਰੁੱਪ, ਇੱਕ ਤਾਂ ਹੈ ਇਕੱਲਾ ਵਰਲਡ ਬੈਂਕ, ਇੱਕ ਹੈ ਵਰਲਡ ਬੈਂਕ ਗਰੁੱਪ। ਇਹਦੇ ਵਿੱਚ 5 ਇੰਸਟੀਟਿਊਸ਼ਨਸ ਆਉਂਦੇ ਨੇ ਤੇ ਉਹ 5 ਇੰਸਟੀਟਿਊਸ਼ਨਸ ਕਿਹੜੇ-ਕਿਹੜੇ ਨੇ? IBRD ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇਹਦਾ ਕੰਮ ਕੀ ਹੈ? ਲੋਨ ਦੇਣਾ, ਕ੍ਰੈਡਿਟ ਦੇਣਾ, ਗ੍ਰਾਂਟਸ ਦੇਣੀਆਂ ਅਲੱਗ-ਅਲੱਗ ਕੰਟਰੀਜ਼ ਨੂੰ। ਉਸ ਤੋਂ ਬਾਅਦ ਆਉਂਦਾ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇਹ ਲੋ ਜਾਂ ਨੋ ਇੰਟਰਸਟ ਮਤਲਬ ਕਿ ਜ਼ੀਰੋ ਇੰਟਰਸਟ ਦੇ ਉੱਤੇ ਜਿਹੜੇ ਲੋ ਇਨਕਮ ਕੰਟਰੀਜ਼ ਨੇ, ਗਰੀਬ ਦੇਸ਼ ਨੇ, ਉਹਨਾਂ ਨੂੰ ਲੋਨ ਦਿੰਦੀ ਆ, ਉਹਨਾਂ ਨੂੰ ਹੈਲਪ ਕਰਦੀ ਹੈ, IDA। ਤੀਜੀ ਆਉਂਦੀ ਹੈ IFC ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ। ਬੇਸਿਕਲੀ ਇਹ ਸਾਰਾ ਦੇਖਦੀ ਹੈ ਕਿ ਕਿਹੜੇ ਨੇਸ਼ਨ ਨੇ ਕਿੱਥੇ ਇਨਵੈਸਟਮੈਂਟ ਕਰਨੀ ਹੈ, ਉਹਨਾਂ ਨੂੰ ਐਡਵਾਈਸ ਕਰਨਾ, ਉਹਨਾਂ ਦੀ ਐਸੈਟ ਮੈਨੇਜਮੈਂਟ, ਗਵਰਨਮੈਂਟਸ ਦੀ, ਕੰਪਨੀਜ਼ ਦੀ, ਇਹ ਸਾਰਾ ਕੰਮ ਕੌਣ ਕਰਦਾ? ਫਾਈਨੈਂਸ਼ੀਅਲ IFC। ਦੈਨ MIGA ਮਲਟੀਲੇਟਰਲ ਗਾਰੰਟੀ ਏਜੰਸੀ, ਇਹ ਕੀ ਕਰਦੀ ਹੈ? ਪੋਲੀਟੀਕਲ ਰਿਸਕ ਵਗੈਰਾ ਤੋਂ ਬਚਾਉਂਦੀ ਹੈ ਕੰਟਰੀਜ਼ ਨੂੰ। ਇਹ ਦੱਸਦੀ ਹੈ ਕਿ ਕਿੱਥੇ ਇਨਵੈਸਟਮੈਂਟ ਕਰਨੀ ਹੈ, ਲੈਂਡਰਸ ਨੂੰ ਜਿਹੜੇ ਕਿ ਪੈਸਾ ਦੇ ਰਹੇ ਨੇ ਉਹਨਾਂ ਦੀ ਸ਼ੋਰਿਟੀ ਬਣ ਕੇ ਉਹਨਾਂ ਨੂੰ ਦੱਸਦੀ ਹੈ ਕਿ ਤੁਸੀਂ ਕਿਵੇਂ ਕਿਵੇਂ ਪੋਲੀਟੀਕਲ ਰਿਸਕ ਨੂੰ ਅਵੋਇਡ ਕਰਨਾ ਹੈ, ਸਪੈਸ਼ਲੀ ਜਿਵੇਂ ਵਾਰ ਟਾਈਮ ਵਗੈਰਾ ਦੇ ਵਿੱਚ। ਲਾਸਟ ਆਉਂਦਾ ਹੈ ICSID ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟ। ਜਿਵੇਂ ਕਿ ਕਿਸੇ ਵੀ ਇਨਵੈਸਟਰਸ ਜਾਂ ਕਿਸੇ ਕੰਟਰੀ ਦੇ ਵਿੱਚ ਜਦੋਂ ਕੋਈ ਡਿਸਪਿਊਟ ਆਉਂਦਾ ਹੈ ਤਾਂ ਉਸ ਡਿਸਪਿਊਟ ਨੂੰ ਹੈਂਡਲ ਕਰਦੀ ਹੈ ICSID। ਸੋ ਇਹ 5 ਆਰਗੇਨਾਈਜੇਸ਼ਨਸ ਮਿਲ ਕੇ ਵਰਲਡ ਬੈਂਕ ਗਰੁੱਪ ਬਣਾਉਂਦੀਆਂ ਨੇ। ਵਰਲਡ ਬੈਂਕ ਗਰੁੱਪ, ਆਪਾਂ ਨੂੰ ਪਤਾ ਹੈ ਕਿ ਵਰਲਡ ਬੈਂਕ ਗਰੁੱਪ ਜਿਹੜੀ ਕਿ ਇਹਦਾ ਬੈਕਗ੍ਰਾਉਂਡ ਕੀ ਹੈ, ਇਹ ਕਿੱਥੋਂ ਐਮਰਜ ਹੋਇਆ? ਬ੍ਰੈਟਨ ਵੁਡ ਕਾਨਫਰੰਸ, ਇਹ ਬਹੁਤ ਇੰਪੋਰਟੈਂਟ ਨੇਮ ਹੈ। ਬ੍ਰੈਟਨ ਵੁਡ ਕਾਨਫਰੰਸ ਤੋਂ ਇਹ ਵਰਲਡ ਬੈਂਕ ਦਾ ਜਿਹੜਾ ਆਈਡੀਆ ਹੈ ਇਹ ਐਮਰਜ ਹੋਇਆ। ਤੇ ਵਰਲਡ ਵਾਰ 2 ਤੋਂ ਬਾਅਦ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਆਪਾਂ ਨੇ ਜਿਹੜੀ ਕੰਟਰੀਜ਼ ਨੇ ਸਾਰੇ ਵਰਲਡ ਦੇ ਵਿੱਚ ਹਰ ਗਲੋਬਲ ਲੈਵਲ ਤੇ ਇੰਨੀ ਸਾਰੀ ਫਾਈਨੈਂਸ਼ੀਅਲੀ ਮੋਨੇਟਰੀ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਨੇ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਇੱਕ ਆਪਾਂ ਨੂੰ ਠੋਸ ਇੱਕ ਸਟਰੋਂਗ ਬਾਡੀ ਚਾਹੀਦੀ ਹੈ ਜਿਹੜੀ ਕਿ ਦੇਖੂਗੀ ਕਿ ਕਿਹੜੀ ਕੰਟਰੀ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ, ਕਿੱਥੇ ਕਿੰਨੇ ਪੈਸੇ ਚਾਹੀਦੇ ਹੈ, ਕਿੰਨੇ ਲੋਨਸ ਚਾਹੀਦੇ ਨੇ, ਕਿਸੇ ਦੇ ਕੋਈ ਡਿਵੈਲਪਮੈਂਟਲ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਦੇ ਵਿੱਚ ਮਨੀ ਇਨਵੈਸਟ ਕਰਨੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਨ ਦੇ ਲਈ ਬ੍ਰੈਟਨ ਵੁਡ ਕਾਨਫਰੰਸ ਰੱਖੀ ਗਈ ਤੇ ਇਸ ਕਾਨਫਰੰਸ ਦੇ ਵਿੱਚੋਂ 2 ਮੇਨ ਬਾਡੀਜ਼ ਇਮਰਜ ਹੋਈਆਂ, ਇੱਕ IBRD, ਇੱਕ IMF। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਬ੍ਰੈਟਨ ਵੁਡ ਕਾਨਫਰੰਸ ਦੇ ਵਿੱਚੋਂ 2 ਕਿਹੜੀਆਂ ਮੇਨ ਅਕੰਪਲਿਸ਼ਮੈਂਟ ਸੀ, ਕਿਹੜੀਆਂ 2 ਮੇਨ ਉਹਨਾਂ ਨੇ ਚੀਜ਼ਾਂ ਨੂੰ ਹਾਸਿਲ ਕੀਤਾ, ਮੇਨ ਪ੍ਰਾਪਤੀਆਂ, IMF ਤੇ IBRD। ਹੁਣ ਸਭ ਤੋਂ ਪਹਿਲਾਂ ਆਪਾਂ ਪੜਾਂਗੇ IBRD ਬਾਰੇ। IBRD ਨੂੰ ਆਪਾਂ ਵਰਲਡ ਬੈਂਕ ਹੀ ਕਹਿ ਦਿੰਦੇ ਹਾਂ। ਜਿਹੜਾ ਵਰਲਡ ਬੈਂਕ ਗਰੁੱਪ ਹੈ ਉਹਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੀਆਂ ਬਾਡੀਜ਼ ਨੇ, ਬਟ ਜੇ ਆਪਾਂ ਕੱਲਾ ਵਰਲਡ ਬੈਂਕ ਜਦੋਂ ਵੀ ਆਪਾਂ ਇਹ ਵਰਡ ਯੂਜ਼ ਕਰਦੇ ਹਾਂ, ਇਹ ਨਾਮ ਯੂਜ਼ ਕਰਦੇ ਹਾਂ ਤਾਂ ਉਹਦਾ ਮਤਲਬ ਹੁੰਦਾ ਹੈ IBRD ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। 1944 ਦੇ ਵਿੱਚ ਇਹ ਫਾਊਂਡ ਹੋਇਆ। ਜਿਹੜਾ ਬੈਂਕ ਹੈ ਇਹ ਸਿਰਫ ਕਿਹਨੂੰ ਫਾਈਨੈਂਸ ਕਰਦਾ ਹੈ, ਕਿਹਨੂੰ ਇਹ ਹੈਲਪ ਕਰਦਾ ਹੈ, ਕਿਹਨੂੰ ਪੈਸੇ ਦਿੰਦਾ ਹੈ? ਇਹ ਸਿਰਫ ਸੋਵਰਨ ਗਵਰਨਮੈਂਟਸ ਨੂੰ ਹੀ ਫਾਈਨੈਂਸ ਕਰਦਾ ਹੈ। ਅੱਜ ਆਪਾਂ ਨੂੰ ਪਤਾ ਹੈ ਕਿ IBRD ਹੈ ਜਿਹੜਾ ਇਹਦਾ ਮੇਨ ਫੋਕਸ ਕੀ ਹੈ ਕਿ ਜਿਹੜੀਆਂ ਮਿਡਲ ਇਨਕਮ ਕੰਟਰੀਜ਼ ਨੇ, ਕੋਈ ਡਿਵੈਲਪਿੰਗ ਕੰਟਰੀਜ਼ ਨੇ ਜਿਵੇਂ ਕਿ ਇੰਡੀਆ, ਇੰਡੋਨੇਸ਼ੀਆ, ਥਾਈਲੈਂਡ, ਇਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਇਨਵੈਸਟਮੈਂਟ ਦੇ ਲਈ ਪੈਸੇ ਦੇਣੇ, ਲਾਰਜ ਇਨਫਰਾਸਟ੍ਰਕਚਰ ਬਿਲਡਿੰਗ ਪ੍ਰੋਜੈਕਟਸ ਦੇ ਲਈ ਹੈਲਪ ਕਰਨੀ। ਇਹ ਸਾਰਾ ਕੁਝ ਕੌਣ ਦੇਖਦਾ ਹੈ? IBRD। ਕਿਸੇ ਵੀ ਕੰਟਰੀ ਨੂੰ ਜਦੋਂ ਵੀ ਵੱਡੇ ਲੈਵਲ ਤੇ ਛੋਟੇ ਲੈਵਲ ਤੇ ਪੈਸਿਆਂ ਦੀ ਜ਼ਰੂਰਤ ਹੈ ਤਾਂ IBRD ਹੈਲਪ ਕਰਦੀ ਹੈ। IBRD ਦੇ ਨਾਲ ਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਆਰਗੇਨਾਈਜੇਸ਼ਨ ਐਮਰਜ ਹੋਈ ਉਹ ਸੀਗੀ IMF ਇੰਟਰਨੈਸ਼ਨਲ ਮੋਨੇਟਰੀ ਫੰਡ। ਇਹ ਵੀ ਬ੍ਰੈਟਨ ਵੁਡ ਕਾਨਫਰੰਸ ਨਿਊ ਹੈਂਪਸ਼ਾਇਰ US ਦੇ ਵਿੱਚ ਹੀ ਜੁਲਾਈ 1944 ਦੇ ਵਿੱਚ ਕਨਸੀਵ ਕੀਤੀ ਗਈ। ਤੇ ਜਦੋਂ ਬ੍ਰੈਟਨ ਵੁਡ ਸਿਸਟਮ ਸੀ ਜਿਹੜਾ ਫਿਕਸਡ ਐਕਸਚੇਂਜ ਰੇਟ ਦਾ ਸਿਸਟਮ, ਉਹ 1971 ਦੇ ਵਿੱਚ ਕੋਲੈਪਸ ਹੋ ਗਿਆ, ਜ਼ਿਆਦਾ ਯੂਜ਼ਫੁਲ ਨਹੀਂ ਰਿਹਾ, ਤਾਂ IMF ਨੇ ਕੀ ਕੀਤਾ, ਇੱਕ ਹੋਰ ਸਿਸਟਮ ਪ੍ਰਮੋਟ ਕੀਤਾ ਫਲੋਟਿੰਗ ਐਕਸਚੇਂਜ ਰੇਟ ਦਾ। ਫਲੋਟਿੰਗ ਐਕਸਚੇਂਜ ਰੇਟ ਦੇ ਵਿੱਚ ਕੀ ਹੈ ਕਿ ਜਿੰਨੀਆਂ ਵੀ ਕੰਟਰੀਜ਼ ਨੇ ਉਹ ਫ੍ਰੀ ਨੇ ਕਿ ਉਹ ਚੂਜ਼ ਕਰ ਸਕਦੀਆਂ ਨੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਕਿਸ ਤਰ੍ਹਾਂ ਦੇ ਨਾਲ ਆਪਣਾ ਐਕਸਚੇਂਜ ਕਰਨਾ ਹੈ। ਮਤਲਬ ਕਿ ਜਿਹੜੀਆਂ ਮਾਰਕੀਟ ਫੋਰਸਿਸ ਨੇ ਉਹ ਡਿਟਰਮਾਈਨ ਕਰਨਗੀਆਂ ਕਿ ਉਹਨਾਂ ਦੀ ਕਰੰਸੀ
ਇੱਕ ਕੰਟਰੀ ਦੀ ਕਰੰਸੀ ਦੂਜੀ ਕੰਟਰੀ ਦੀ ਕਰੰਸੀ ਦੇ ਮੁਕਾਬਲੇ ਕਿੰਨੀ ਵੈਲਿਊ ਦੀ ਹੋਊਗੀ। ਜਿਵੇਂ ਪਹਿਲਾਂ ਕੀ ਸੀ, ਫਿਕਸਡ ਸੀਗੀਆਂ ਚੀਜ਼ਾਂ, ਫਿਕਸਡ ਰੇਟ ਸੀਗਾ, ਫਿਕਸਡ ਕਰੰਸੀ ਸੀਗੀਆਂ। ਹੁਣ ਫਲੋਟਿੰਗ ਐਕਸਚੇਂਜ ਰੇਟ ਦੇ ਵਿੱਚ ਇੱਕ ਫਲੈਕਸੀਬਲ ਅਪਰੋਚ ਸਟਾਰਟ ਕੀਤੀ ਗਈ। ਸੋ 2008 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਗਲੋਬਲ ਇਕਨੋਮਿਕ ਕ੍ਰਾਈਸਿਸ ਆਇਆ, ਬਹੁਤ ਜ਼ਿਆਦਾ ਵਰਲਡ ਲੈਵਲ ਤੇ ਇਕਨੋਮਿਕਲੀ ਪ੍ਰੋਬਲਮਸ ਆਈਆਂ, ਕੰਟਰੀਜ਼ ਨੂੰ ਬਹੁਤ ਜ਼ਿਆਦਾ ਘਾਟੇ ਹੋਏ। ਤਾਂ IMF ਨੇ ਕੀ ਕੀਤਾ, ਕੁਝ ਮੇਜਰ ਇਨੀਸ਼ੀਏਟਿਵਸ ਲਏ ਕਿ ਕਿਸ ਤਰ੍ਹਾਂ ਆਪਾਂ ਨੇ ਗਲੋਬਲ ਲੈਵਲ ਤੇ ਵਰਲਡ ਨੂੰ ਆਪਸ ਦੇ ਵਿੱਚ ਇੰਟਰਕਨੈਕਟ ਕਰਕੇ ਇੱਕ ਸਟਰੋਂਗ ਫਾਈਨੈਂਸ਼ੀਅਲ ਸਟਰਕਚਰ ਤਿਆਰ ਕਰਨਾ ਹੈ। ਤੇ ਜਿਹੜਾ IMF ਹੈ, ਇਹਦੀ ਕਿਸ ਤਰ੍ਹਾਂ ਨਾਲ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹਨੂੰ ਕੌਣ ਚਲਾਉਂਦਾ ਹੈ? ਬੇਸਿਕਲੀ ਬੋਰਡ ਆਫ ਗਵਰਨਰਸ ਨਾਮ ਦੀ ਬੋਡੀ ਹੈ ਜਿਹੜੀ ਕਿ ਚਲਾਉਂਦੀ ਹੈ। ਇੱਕ ਗਵਰਨਰ ਹੁੰਦਾ ਹੈ ਤੇ ਨਾਲ ਇੱਕ ਆਲਟਰਨੇਟ ਗਵਰਨਰ ਵੀ ਹੁੰਦਾ ਹੈ, ਹਰ ਮੈਂਬਰ ਕੰਟਰੀ ਦਾ ਆਪਣਾ। ਤੇ ਹਰ ਮੈਂਬਰ ਕੰਟਰੀ ਹੈ ਜਿਹੜੀ ਆਪਣੇ 2 ਗਵਰਨਰ ਅਪਾਇੰਟ ਕਰ ਸਕਦੀ ਹੈ। ਤੇ ਜਿਹੜੀ ਬੋਰਡ ਆਫ ਗਵਰਨਰ ਹੈ, ਇਹ ਇਕੱਲੇ ਤਾਂ ਸਾਰਾ ਕੰਮ ਕਰ ਨਹੀਂ ਸਕਦੇ, ਇਹਨਾਂ ਨੂੰ ਹੈਲਪ ਕਰਨ ਦੇ ਲਈ 2 ਕਮੇਟੀਜ਼ ਨੇ। ਇੱਕ ਹੈਗੀ ਹੈ IMF ਕਮੇਟੀ, ਇੰਟਰਨੈਸ਼ਨਲ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਮੇਟੀ, ਦੂਜੀ ਹੈਗੀ ਡਿਵੈਲਪਮੈਂਟ ਕਮੇਟੀ। ਜਿਹੜੀ IMF ਦੀ ਮੈਂਬਰਸ਼ਿਪ ਹੈ, ਜੇ ਕਿਸੇ ਨੇ IMF ਦੀ ਮੈਂਬਰਸ਼ਿਪ ਲੈਣੀ ਹੈ ਤਾਂ ਪਹਿਲਾਂ ਉਹਨੂੰ IBRD ਮੈਂਬਰਸ਼ਿਪ ਲੈਣੀ ਪਊਗੀ। ਜਿਹੜਾ ਵੀ ਕੰਟਰੀ IBRD ਦਾ ਮੈਂਬਰ ਹੈ, ਉਹ ਆਟੋਮੈਟਿਕਲੀ IMF ਦਾ ਮੈਂਬਰ ਬਣ ਜਾਊ। ਸੋ IMF ਦਾ ਮੈਂਬਰ ਬਣਨ ਦੇ ਲਈ ਕੀ ਚਾਹੀਦਾ ਹੈ? ਇੱਕ ਕੋਟਾ ਸਬਸਕ੍ਰਿਪਸ਼ਨ ਚਾਹੀਦੀ ਹੈ। ਕੋਟਾ ਸਬਸਕ੍ਰਿਪਸ਼ਨ ਦਾ ਮਤਲਬ ਹੈ ਕਿ ਹਰ ਕੰਟਰੀ ਨੂੰ ਇੱਕ ਸਮ ਆਫ ਮਨੀ ਕੰਟਰੀਬਿਊਟ ਕਰਨਾ ਪੈਂਦਾ ਹੈ, ਕੁਝ ਪੈਸੇ ਦੇਣੇ ਪੈਂਦੇ ਨੇ ਮੈਂਬਰਸ਼ਿਪ ਲੈਣ ਦੇ ਲਈ IMF ਦੀ। ਤੇ ਉਹ ਜਿਹੜੀ ਸਮ ਆਫ ਮਨੀ ਹੈ, ਉਹ ਕਾਹਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਹ ਕੰਟਰੀ ਦੇ ਕੋਲ ਕਿੰਨਾ ਪੈਸਾ ਹੈ, ਇਕਨੋਮਿਕ ਪਰਫਾਰਮੈਂਸ ਕਿੰਨੀ ਹੈ, ਇੱਕ ਪ੍ਰੋਪਰ ਫਾਰਮੂਲੇ ਦੇ ਅਕੋਰਡਿੰਗ ਕੈਲਕੂਲੇਟ ਕੀਤਾ ਜਾਂਦਾ ਹੈ। ਜਿਵੇਂ ਕਿ ਉਰੇ ਆਪਾਂ ਦੇਖ ਸਕਦੇ ਹਾਂ ਕਿ ਉਸ ਕੰਟਰੀ ਦੀ GDP ਕਿੰਨੀ ਹੈ, ਉਹਦੀ 50% ਵੈਲਿਊ ਦੇਖੀ ਜਾਊ, ਫਿਰ ਉਸ ਕੰਟਰੀ ਕੋਲ ਕਿੰਨੇ ਇਕਨੋਮਿਕ ਇੰਟਰਨੈਸ਼ਨਲ ਰਿਜ਼ਰਵਸ ਨੇ, ਇਹ ਸਾਰਾ ਕੁਝ ਦੇਖ ਕੇ ਪ੍ਰੋਪਰ ਮਾਰਕੀਟ ਐਕਸਚੇਂਜ ਰੇਟ ਦੇ ਉੱਤੇ ਜਾਂ PPP ਐਕਸਚੇਂਜ ਰੇਟ ਦੇ ਉੱਤੇ ਇੱਕ ਮੈਜ਼ਰ ਕੀਤਾ ਜਾਊ, ਕੈਲਕੂਲੇਸ਼ਨ ਹੋਊਗੀ, ਫਿਰ ਜਿਹੜੀ ਅਮਾਊਂਟ ਨਿਕਲ ਕੇ ਆਊਗੀ ਉਨੀ ਅਮਾਊਂਟ ਦੇਣੀ ਪਊਗੀ IMF ਨੂੰ। ਹੁਣ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਡਰਾਇੰਗ ਰਾਈਟਸ ਦੀ। ਸਪੈਸ਼ਲ ਡਰਾਇੰਗ ਰਾਈਟਸ ਨੂੰ ਬਹੁਤ ਵਾਰੀ ਲੋਕ ਸਮਝ ਲੈਂਦੇ ਨੇ ਕਿ ਇਹ IMF ਦੀ ਆਪਣੀ ਕੋਈ ਕਰੰਸੀ ਹੈ, ਬਟ ਇਟ ਇਜ਼ ਨਾਟ ਅ ਕਰੰਸੀ ਆਫ IMF, ਬੇਸਿਕਲੀ ਇੱਕ ਯੂਨਿਟ ਆਫ ਅਕਾਊਂਟ ਹੈ। ਇੱਕ ਜਿਵੇਂ ਕੋਈ ਵੀ ਕੰਟਰੀ ਹੈ ਜਿਹੜੀ ਕਿ IMF ਤੋਂ ਹੈਲਪ ਲੈਣਾ ਚਾਹੁੰਦੀ ਹੈ, ਤਾਂ ਜਿਹੜੀ ਉਹਦੀ ਆਪਣੀ ਕੋਈ ਪ੍ਰੈਜ਼ੈਂਟ ਕਰੰਸੀ ਹੈ, ਕੋਈ ਪ੍ਰੈਜ਼ੈਂਟ ਮਨੀ ਰਿਜ਼ਰਵ ਨੇ, ਤਾਂ ਉਸ ਦੀ ਬਜਾਏ ਸਪੈਸ਼ਲ ਡਰਾਇੰਗ ਰਾਈਟਸ ਜਿਹੜੀ ਇਸ ਦੀ ਵੈਲਿਊ ਬਣੂਗੀ ਉਹਦੇ ਅਕੋਰਡਿੰਗ ਹੀ ਹੈਲਪ ਦਿੱਤੀ ਜਾਊਗੀ ਤੇ ਲਈ ਜਾਊਗੀ। ਮਤਲਬ ਕਿ ਕੁਝ ਸੈਟ ਆਫ ਰੂਲਸ ਤਿਆਰ ਕੀਤੇ ਗਏ ਨੇ ਕਿ ਜਿਵੇਂ US ਡਾਲਰ ਦੇ ਵਿੱਚ ਐਕਸਚੇਂਜ ਰੇਟ ਹੈ ਜਿਹੜਾ ਉਹ US ਡਾਲਰ ਦੇ ਵਿੱਚ ਹੋਊਗਾ। ਸੋ ਐਵੇਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ, ਸੈਟ ਆਫ ਪ੍ਰੋਟੋਕਾਲਸ ਤਿਆਰ ਕੀਤੇ ਗਏ ਨੇ ਜਿਹਦੇ ਅੰਡਰ ਹੀ IMF ਵਰਕ ਕਰਦਾ ਹੈ, IMF ਕੰਮ ਕਰਦਾ ਹੈ। ਤੇ SDR ਬਾਸਕਟ ਦੇ ਅੰਦਰ 6 ਤਰ੍ਹਾਂ ਦੀਆਂ IMF ਦੇ ਵਿੱਚ ਕੁਝ ਕਰੰਸੀਜ਼ ਨੇ ਜਿਨ੍ਹਾਂ ਨੂੰ ਕਿ SDR ਬਾਸਕਟ ਦੇ ਅੰਦਰ ਇਨਕਲੂਡ ਕੀਤਾ ਗਿਆ। ਉਹ ਹੈਗੀਆਂ ਨੇ US ਡਾਲਰ, ਯੂਰੋ, ਜੈਪਨੀਜ਼ ਯੈਨ, ਪਾਉਂਡ ਸਟਰਲਿੰਗ, ਚਾਈਨੀਜ਼ ਰੈਨਮਿਨਬੀ। ਜਿਹੜੀ ਚਾਈਨੀਜ਼ ਰੈਨਮਿਨਬੀ ਹੈ ਇਹਨੂੰ 2016 ਦੇ ਵਿੱਚ ਇਨਕਲੂਡ ਕੀਤਾ ਗਿਆ। ਸੋ SDR ਕਰੰਸੀ ਵੈਲਿਊ ਕੀ ਹੈ? ਇਹ ਡੇਲੀ ਕੈਲਕੂਲੇਟ ਕੀਤੀ ਜਾਂਦੀ ਹੈ ਤੇ ਹਰ 5 ਸਾਲ ਬਾਅਦ ਜਿਹੜੀ ਇਹਦੀ ਵੈਲਿਊ ਹੈ ਉਸਨੂੰ ਰਿਵਿਊ ਕਰਕੇ ਐਡਜਸਟ ਕੀਤਾ ਜਾਂਦਾ ਹੈ। ਤੇ ਜਿਹੜੇ ਕੋਟਾਸ ਨੇ ਜਿਹੜੇ ਕਿ SDR ਦੇ ਵਿੱਚ ਆਪਾਂ ਡਿਨੋਮੀਨੇਟ ਕਰਦੇ ਹਾਂ, ਐਕਸਪ੍ਰੈਸ ਕਰਦੇ ਹਾਂ, ਤੇ ਉਹ ਕੀ ਰੈਪਰੈਜ਼ੈਂਟ ਕਰਦੇ ਨੇ? ਉਹ ਇਹ ਦੱਸਦੇ ਨੇ ਕਿ ਜਿਹੜੀਆਂ IMF ਦੀਆਂ ਮੈਂਬਰ ਕੰਟਰੀਜ਼ ਨੇ ਉਹ ਕਿੰਨਾ ਪੈਸਾ, ਕਿੰਨੀ ਕਰੰਸੀ, ਕਿਸ ਲੈਵਲ ਤੱਕ ਉਹ ਆਪਸ ਦੇ ਵਿੱਚ ਇੱਕ ਕੰਟਰੀ ਤੋਂ ਜਦੋਂ IMF ਤੋਂ ਹੈਲਪ ਲੈਣੀ ਹੈ ਤਾਂ ਕਿਵੇਂ ਰੈਪਰੈਜ਼ੈਂਟ ਕਰਕੇ, ਕੈਲਕੂਲੇਸ਼ਨ ਕਰਕੇ ਕਿੰਨਾ ਪੈਸਾ ਲੈ ਸਕਦੀਆਂ ਨੇ, ਕਿੰਨੀ ਐਕਸਚੇਂਜ ਵੈਲਿਊ ਬਣਦੀ ਹੈ ਇੱਕ ਕੰਟਰੀ ਦੀ IMF ਦੇ ਰਿਗਾਰਡਿੰਗ। Next important 10th international organization is Food and Agriculture Organization, ਜਿਹਨੂੰ ਆਪਾਂ FAO ਵੀ ਕਹਿੰਦੇ ਆ। 1945 ਦੇ ਵਿੱਚ ਇਹ ਇਸਟੈਬਲਿਸ਼ ਕੀਤੀ ਗਈ ਕਿਊਬੈਕ ਸਿਟੀ ਕੈਨੇਡਾ ਦੇ ਵਿੱਚ। ਤੇ ਜਿਹੜੀ FAO ਹੈ ਇਹ ਸਪੈਸ਼ਲਾਈਜ਼ਡ ਏਜੰਸੀ ਹੈ, ਮਤਲਬ ਕਿ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨ ਦੇ ਅੰਡਰ ਹੀ ਕੰਮ ਕਰਕੇ ਇਹ ਐਫਰਟਸ ਕਰਦੀ ਹੈ ਕਿ ਆਪਾਂ ਨੇ ਕਿਸ ਤਰ੍ਹਾਂ ਨਾਲ ਭੁੱਖ ਨੂੰ ਖਤਮ ਕਰਨਾ ਹੈ, ਟੂ ਡਿਫੀਟ ਹੰਗਰ।
ਤੇ ਬਹੁਤ ਸਾਰੇ ਟਾਈਮ ਟੂ ਟਾਈਮ ਇਹ ਲੋਕਾਂ ਨੂੰ ਅਵੇਅਰਨੈਸ ਵੀ ਦਿੰਦੀ ਹੈ, ਇਨਫੋਰਮੇਸ਼ਨ ਵੀ ਦਿੰਦੀ ਹੈ, ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਜਾ ਕੇ ਸਬਮਿਟਸ ਵੀ ਆਰਗੇਨਾਈਜ਼ ਕਰਦੀ ਹੈ ਕਿ ਕਿਵੇਂ ਆਪਾਂ ਨੇ ਇੰਪਰੂਵ ਕਰਨਾ ਐਗਰੀਕਲਚਰ ਨੂੰ, ਮਾਡਰਨਾਈਜੇਸ਼ਨ ਕਿਵੇਂ ਲੈ ਕੇ ਆਉਣੀ ਹੈ, ਇੱਕ ਗੁੱਡ ਨਿਊਟ੍ਰੀਸ਼ਨ ਤੇ ਫੂਡ ਸਿਕਿਉਰਿਟੀ ਦੀ ਕੀ ਵੈਲਿਊ ਹੈ, ਉਹ ਸਾਰਾ ਕੁਝ FAO ਦੇਖਦੀ ਹੈ। ਨੈਕਸਟ ਆਉਂਦਾ ਇੰਟਰਪੋਲ। ਇੰਟਰਪੋਲ ਕੀ ਹੈ? ਇਹ ਵਰਲਡ ਦੀ ਸਭ ਤੋਂ ਵੱਡੀ ਪੁਲਿਸ ਦੀ ਆਰਗੇਨਾਈਜੇਸ਼ਨ ਹੈ। 194 ਮੈਂਬਰ ਕੰਟਰੀਜ਼ ਨੇ ਇੰਟਰਪੋਲ ਦੀਆਂ। ਇਹ ਜਿਵੇਂ ਆਪਾਂ ਕਹਿ ਲਓ ਕਿ ਆਪਣੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈਡ ਹੈ ਪੁਲਿਸ, ਉਹ ਕੌਣ ਹੈ? ਇੰਟਰਪੋਲ। 1923 ਦੇ ਵਿੱਚ ਇਸਟੈਬਲਿਸ਼ ਕੀਤੀ ਗਈ। ਮੇਨ ਇਹਦਾ ਆਬਜੈਕਟਿਵ ਕੀ ਹੈ? ਇੰਟਰਪੋਲ ਕਿਉਂ ਬਣੀ? ਤਾਂ ਕਿ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਰੱਖੀ ਜਾਵੇ। ਮਤਲਬ ਜਿਵੇਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਕੋਈ ਕ੍ਰਾਈਮ ਕਰਕੇ ਚਲਾ ਜਾਂਦਾ ਹੈ ਤਾਂ ਉੱਥੋਂ ਦੇ ਰੂਲਸ ਦੇ ਅਕੋਰਡਿੰਗ ਜਾਂ ਜਿਹੜੀ ਹੋਮ ਕੰਟਰੀ ਹੈ ਉਸ ਕ੍ਰਿਮੀਨਲ ਦੀ, ਤਾਂ ਉਸ ਕਿਵੇਂ ਸਾਰਾ ਕੁਝ ਆਪਸ ਦੇ ਵਿੱਚ ਕੋਆਪਰੇਟ ਕਰਕੇ ਆਪਾਂ ਨੇ ਡਿਪਲੋਮੈਟਿਕ ਰਿਲੇਸ਼ਨਸ ਦਾ ਧਿਆਨ ਰੱਖ ਕੇ ਉਹ ਸਾਰਾ ਕੁਝ ਆਪਾਂ ਨੇ ਦੇਖ ਕੇ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਕਿਵੇਂ ਕਰਨੀ ਹੈ, ਇੱਕ ਕੰਟਰੀ ਦੀ ਪੁਲਿਸ ਦੀ ਦੂਜੀ ਕੰਟਰੀ ਦੀ ਜਿਹੜੀ ਪੁਲਿਸ ਹੈ ਉਹਦੇ ਨਾਲ ਆਪਸ ਵਿੱਚ ਤਾਲਮੇਲ ਰੱਖਣਾ, ਇਹ ਸਾਰੀਆਂ ਚੀਜ਼ਾਂ ਕੌਣ ਦੇਖਦਾ? ਇੰਟਰਪੋਲ। 12th ਆਰਗੇਨਾਈਜੇਸ਼ਨ ਆਉਂਦੀ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ILO ਵੀ ਕਹਿੰਦੇ ਆ। ਬੇਸਿਕਲੀ ਲੇਬਰ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਹਦਾ ਮੇਨ ਕੰਮ ਕੀ ਹੈ, ਕਿ ਕਿਵੇਂ ਆਪਾਂ ਨੇ ਸੋਸ਼ਲ ਜਸਟਿਸ ਲੈ ਕੇ ਆਉਣਾ ਤੇ ਡੀਸੈਂਟ ਵਰਕ, ਮਤਲਬ ਕਿ ਹੈਜ਼ਾਰਡੀਅਸ, ਕਿਸੇ ਨੂੰ ਕੋਈ ਨੁਕਸਾਨਦੇਹ ਕੰਮ ਨਾ ਹੋਵੇ, ਕਿਸੇ ਨੂੰ ਕੋਈ ਗਲਤ ਕੰਡੀਸ਼ਨ 'ਚ ਕੰਮ ਨਾ ਕਰਨਾ ਪਵੇ, ਲੇਬਰ ਲਾਜ਼ ਦਾ ਕੀ ਧਿਆਨ ਹੈ, ਕਿੱਥੇ ਕਿਹੜੀ ਕੰਟਰੀ 'ਚ ਕਿਸ ਸਟੈਂਡਰਡ ਦੇ ਇੰਟਰਨੈਸ਼ਨਲ ਲੇਬਰ ਰੂਲਸ ਨੇ ਜਿਹੜੇ ਉਹ ਫੋਲੋ ਕੀਤੇ ਜਾਂਦੇ ਨੇ, ਇਹ ਸਾਰਾ ਕੁਝ ILO ਦੇਖਦੀ ਹੈ। ਇਹ 1919 ਦੇ ਵਿੱਚ ਲੀਗ ਆਫ ਨੇਸ਼ਨ ਦਾ ਹੀ ਇੱਕ ਪਾਰਟ ਸੀ, ਏਜੰਸੀ ਸੀ, ਤੇ ਇਹਨੂੰ 1919 ਚ ਕ੍ਰੀਏਟ ਕੀਤਾ ਗਿਆ। ਜਦੋਂ ਯੂਨਾਈਟਿਡ ਨੇਸ਼ਨ ਅਗਰੀਮੈਂਟ ਸਾਈਨ ਕੀਤਾ ਗਿਆ ਤੇ ਜਿਹੜੀ ILO ਹੈ ਇਹ ਪਹਿਲੀ ਯੂਨਾਈਟਿਡ ਨੇਸ਼ਨ ਦੀ ਸਪੈਸ਼ਲਾਈਜ਼ਡ ਏਜੰਸੀ ਬਣੀ ਸੀ 1946 ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਫਰਸਟ ਯੂਨਾਈਟਿਡ ਨੇਸ਼ਨ ਸਪੈਸ਼ਲਾਈਜ਼ਡ ਏਜੰਸੀ ਕਿਹੜੀ ਹੈ? ILO। ਤੇ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਇਸ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ ਇਹਦੀ 50th ਐਨੀਵਰਸਰੀ ਤੇ 1969 ਦੇ ਵਿੱਚ, ਬਿਕੋਜ਼ ਇਹ ਇਨੀਸ਼ੀਅਲੀ 1919 ਚ ਆਈ ਸੀ ਤਾਂ ਇਹਦੀ 50th ਐਨੀਵਰਸਰੀ 69 ਦੇ ਵਿੱਚ ਬਣੀ। 13th ਆਰਗੇਨਾਈਜੇਸ਼ਨ ਇਜ਼ ਯੂਨੈਸਕੋ। ਯੂਨੈਸਕੋ ਦਾ ਫੁੱਲ ਫਾਰਮ ਕੀ ਹੈ? ਯੂਨਾਈਟਿਡ ਨੇਸ਼ਨ ਐਜੂਕੇਸ਼ਨਲ, ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। 1945 ਦੇ ਵਿੱਚ ਇਹ ਫਾਊਂਡ ਹੋਈ ਤੇ ਮੇਨ ਇਹਦਾ ਏਮ ਕੀ ਹੈ? ਇੰਟੈਲੈਕਚੁਅਲ ਤੇ ਮੋਰਲ ਸੋਲੀਡੈਰਿਟੀ ਆਫ ਮੈਨਕਾਈਂਡ ਐਜ਼ ਮੀਨਸ ਆਫ ਬਿਲਡਿੰਗ ਲਾਸਟਿੰਗ ਪੀਸ। ਬੇਸਿਕਲੀ ਸਿੰਪਲ ਟਰਮ ਦੇ ਵਿੱਚ ਇਹਦਾ ਮਤਲਬ ਹੈ ਕਿ ਜ਼ਿਆਦਾ ਸਮੇਂ ਦੇ ਲਈ ਸ਼ਾਂਤੀ ਬਣਾਏ ਰੱਖਣ ਦੇ ਲਈ ਲੋਕਾਂ ਦੇ ਅੰਦਰ ਇੱਕ ਮੋਰਲ ਵੈਲਿਊਜ਼ ਨੂੰ ਇਨਕਲਕੇਟ ਕਰਨਾ, ਉਹਨਾਂ ਨੂੰ ਦੱਸਣਾ ਕਿ ਹਿਊਮੈਨਿਟੀ ਦੇ ਨਾਲ, ਮੈਨਕਾਈਂਡ ਦੇ ਨਾਲ, ਏਕਤਾ ਦੇ ਨਾਲ, ਆਪਾਂ ਨੇ ਭਾਈਚਾਰੇ ਦੇ ਨਾਲ ਕਿਵੇਂ ਰਹਿਣਾ ਹੈ, ਇਹ ਸਾਰਾ ਕੁਝ ਕੌਣ ਦੇਖਦਾ ਹੈ? ਯੂਨੈਸਕੋ। ਇਹਦੇ ਹੈੱਡਕੁਆਰਟਰ ਕਿੱਥੇ ਨੇ? ਪੈਰਿਸ, ਫਰਾਂਸ। ਇਹ ਲੋਕਾਂ ਨੂੰ ਦੱਸਦੀ ਹੈ, ਜਿਹੜੀ ਯੂਨੈਸਕੋ ਹੈ ਮੇਨ ਹੈ ਆਪਣੀ ਐਜੂਕੇਸ਼ਨ ਅਵੇਅਰਨੈਸ ਦੇ ਥਰੂ ਲੋਕਾਂ ਨੂੰ ਦੱਸਦੀ ਹੈ ਕਿ ਕਿਵੇਂ ਆਪਾਂ ਨੇ ਹੇਟ ਤੇ ਇਨਟੋਲਰੈਂਸ ਤੋਂ ਦੂਰ ਰਹਿਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਸਾਰਿਆਂ ਨਾਲ ਆਪਾਂ ਨੇ ਇੱਕ ਪੋਜ਼ਿਟਿਵ ਅਪਰੋਚ ਰੱਖ ਕੇ ਆਪਸ ਦੇ ਵਿੱਚ ਸਾਰੀਆਂ ਕੰਟਰੀਜ਼ ਨੇ ਕਿਵੇਂ ਪੀਸ ਦੇ ਨਾਲ ਰਹਿਣਾ, ਇਹ ਸਾਰਾ ਕੁਝ ਯੂਨੈਸਕੋ ਦੱਸਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਕਾਮਨਵੈਲਥ ਆਫ ਨੇਸ਼ਨ। ਬੇਸਿਕਲੀ ਕਾਮਨਵੈਲਥ ਆਫ ਨੇਸ਼ਨ, ਜਿਹਨੂੰ ਆਪਾਂ ਬ੍ਰਿਟਿਸ਼ ਕਾਮਨਵੈਲਥ ਵੀ ਕਹਿ ਦਿੰਦੇ ਹਾਂ, ਇਹ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਕਿ ਟੋਟਲ 53 ਸਟੇਟਸ ਨੇ। ਇਹ ਉਹ ਸਟੇਟਸ ਨੇ ਜਿਹੜੀਆਂ ਕਿ ਕਿਸੇ ਸਮੇਂ ਬ੍ਰਿਟਿਸ਼ ਗਵਰਨਮੈਂਟ ਦੇ ਰੂਲ ਦੇ ਅੰਦਰ ਰਹੀਆਂ ਨੇ। ਤਾਂ ਹੁਣ ਇੱਕ ਕਾਮਨਵੈਲਥ ਆਫ ਨੇਸ਼ਨ ਕੰਟਰੀਜ਼ ਦਾ ਮਤਲਬ ਹੈ ਕਿ ਜਿਹੜੀਆਂ ਕੰਟਰੀਜ਼ ਬ੍ਰਿਟਿਸ਼ ਗਵਰਨਮੈਂਟ ਦੇ ਰੂਲ ਦੇ ਅੰਦਰ ਰਹੀਆਂ ਨੇ ਉਹ ਅੱਜ ਵੀ ਇਕੱਠੀਆਂ ਨੇ, ਫ੍ਰੀ ਤੇ ਇਕੁਅਲ ਨੇ, ਪਰ ਉਹ ਇਕੱਠੀਆਂ ਨੇ। As a matter of respect to British Commonwealth, this organization had been established. 15th organization ਆਉਂਦੀ ਹੈ UNICEF। ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਤੇ ਇਹਦੀ ਫੁੱਲ ਫਾਰਮ ਹੈ United Nation Children's Fund। Originally ਇਹਦਾ ਪਹਿਲਾ ਨਾਮ ਸੀ United Nation International Children's Emergency Fund ਤੇ 1946 ਦੇ ਵਿੱਚ United Nation General Assembly ਨੇ ਕ੍ਰੀਏਟ ਕੀਤੀ ਸੀ ਇੱਕ ਐਮਰਜੈਂਸੀ ਫੂਡ ਤੇ ਹੈਲਥ ਕੇਅਰ ਫੈਸਿਲਿਟੀਜ਼ ਦੇਣ ਦੇ ਲਈ। ਜਿੰਨੀਆਂ ਵੀ World War II ਤੋਂ ਬਾਅਦ ਚਿਲਡਰਨ ਤੇ ਮਦਰਸ ਉਹਨਾਂ ਨੂੰ ਪ੍ਰੋਬਲਮਸ ਆਈਆਂ ਫੂਡ ਦੀਆਂ, ਹੈਲਥ ਦੀਆਂ, ਕਿਸੇ ਵੀ ਤਰ੍ਹਾਂ ਦੀਆਂ,
ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣ ਦੇ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ। ਇਸ ਦੇ ਵਿੱਚ ਜਿਹੜਾ ਬੋਰਡ ਹੈ ਉਹਦੇ ਵਿੱਚ ਟੋਟਲ 36 ਮੈਂਬਰਸ ਨੇ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੇ ਨੇ, ਪਾਲਿਸੀਜ਼ ਤਿਆਰ ਕਰਦੇ ਨੇ ਤੇ ਦੇਖਦੇ ਨੇ ਕਿ ਕਿਸ ਪਲਾਨ ਨੂੰ ਪੂਰਾ ਕਰਨ ਦੇ ਲਈ ਕਿੰਨਾ ਆਪਾਂ ਨੂੰ ਬਜਟ ਲੱਗੂਗਾ, ਕਿੰਨੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ। ਤੇ ਜਿਹੜਾ ਯੂਨੀਸੈਫ ਹੈ ਮੇਨਲੀ ਇਹਦੀ ਬਜਟਿੰਗ, ਇਹਦੀ ਫੰਡਿੰਗ ਕਿੱਥੋਂ ਹੁੰਦੀ ਹੈ, ਜਿੰਨੇ ਵੀ ਲੋਕ ਡੋਨੇਸ਼ਨਸ ਦਿੰਦੇ ਨੇ ਜਾਂ ਕੋਈ ਗਵਰਨਮੈਂਟਸ, ਕੋਈ ਸਟੇਟ ਗਵਰਨਮੈਂਟਸ ਜਿੰਨਾ ਵੀ ਕੰਟਰੀਬਿਊਟ ਕਰਦੀਆਂ ਨੇ, ਕੋਈ ਆਪਣੇ ਆਪ ਤੋਂ ਹੀ ਬੇਸਿਕਲੀ ਕੰਟਰੀਬਿਊਸ਼ਨਸ ਦੇ ਉੱਤੇ ਹੀ ਰਿਲਾਈ ਕਰਦੇ ਆ। 16th ਆ ਜਾਂਦਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ। ਅੱਜਕੱਲ ਕੋਵਿਡ ਪੈਂਡੈਮਿਕ ਦੇ ਟਾਈਮ ਆਪਾਂ ਇਹਦਾ ਨਾਮ ਬਹੁਤ ਵਾਰ ਸੁਣਿਆ। ਵਰਲਡ ਹੈਲਥ ਆਰਗੇਨਾਈਜੇਸ਼ਨ ਕੀ ਹੈ? ਇਹ ਯੂਨਾਈਟਿਡ ਨੇਸ਼ਨ ਦੀ ਸਪੈਸ਼ਲਾਈਜ਼ਡ ਏਜੰਸੀ ਹੈ। 1948 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਮੇਨ ਹੈੱਡਕੁਆਰਟਰ ਕਿੱਥੇ ਹੈ? ਜਨੀਵਾ, ਸਵਿਟਜ਼ਰਲੈਂਡ। ਇੱਕ ਇੰਟਰਨੈਸ਼ਨਲ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਰੀਆਂ ਜਿੰਨੀਆਂ ਵੀ ਉਹਦੀਆਂ ਮੈਂਬਰ ਸਟੇਟਸ ਨੇ ਉਹਨਾਂ ਦੇ ਹੈਡਸ ਦੇ ਨਾਲ ਮਿਲ ਕੇ, ਉਹਨਾਂ ਦੀ ਜਿਹੜੀ ਹੈਲਥ ਮਿਨਿਸਟਰੀਜ਼ ਨੇ ਉਹਨਾਂ ਨਾਲ ਮਿਲ ਕੇ ਕੋਲੈਬੋਰੇਟ ਕਰਕੇ ਕੰਮ ਕਰਦੀ ਹੈ ਕਿ ਕਿਸ ਕੰਟਰੀ ਦੇ ਵਿੱਚ ਕੀ ਸਿਚੁਏਸ਼ਨ ਚੱਲ ਰਹੀ ਹੈ ਹੈਲਥ ਦੀ। ਉਹਨਾਂ ਸਾਰਿਆਂ ਨੂੰ ਟਾਈਮ ਟੂ ਟਾਈਮ ਉਹ ਚੈੱਕ ਕਰਦੀ ਹੈ, ਉਹਨਾਂ ਦੇ ਨਾਲ ਕੋਆਪਰੇਟ ਕਰਦੀ ਹੈ, ਕੰਟੈਕਟ ਕਰਕੇ ਫਿਰ ਇਹ ਇੰਟਰਨੈਸ਼ਨਲ ਲੈਵਲ ਤੇ ਅਨਾਉਂਸਮੈਂਟਸ ਕਰਦੀ ਹੈ। ਮੇਨ ਕੰਮ ਕੀ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ? ਲੀਡਰਸ਼ਿਪ ਦੇਣੀ ਗਲੋਬਲ ਹੈਲਥ ਮੈਟਰ ਤੇ, ਹੈਲਥ ਰਿਸਰਚ ਏਜੰਡਾ ਤਿਆਰ ਕਰਨਾ, ਨॉर्म्स ਤੇ ਸਟੈਂਡਰਡ ਰੂਲਸ ਤਿਆਰ ਕਰਨੇ, ਅਲੱਗ-ਅਲੱਗ ਤਰ੍ਹਾਂ ਦੇ ਟੈਕਨੀਕਲ ਸਪੋਰਟ ਦੇਣੀ ਕੰਟਰੀਜ਼ ਨੂੰ। ਜਿਵੇਂ ਹੁਣ ਕਿਸੇ ਨੂੰ ਵੈਕਸੀਨ ਦੀ ਸ਼ਾਰਟੇਜ ਆ ਰਹੀ ਸੀ ਕੁਝ ਵੀ, ਤਾਂ ਆਪਾਂ ਕਿਹਦੇ ਕੋਲ ਆਪਣੀ ਹੈਲਥ ਮਿਨਿਸਟਰੀਜ਼ ਜਾਂਦੀਆਂ ਸੀ, ਅਪਰੋਚ ਕਰਦੀਆਂ ਸੀ? WHO ਕੋਲ। ਜਿੰਨੇ ਵੀ ਕੋਵਿਡ ਨੂੰ ਲੈ ਕੇ ਕੋਈ ਵੀ ਬਿਹੇਵੀਅਰਲ ਅਪਰੋਚ ਸੀ, ਕੋਈ ਆਪਾਂ ਨੇ ਸੈਟ ਨॉर्म ਸੀ, ਪ੍ਰੋਟੋਕਾਲ ਸੀ, ਕੀ ਅਚੀਵ ਕਰਨਾ ਹੈ, ਕਿਵੇਂ ਰਹੂਗਾ, ਕਦੋਂ ਫਰਸਟ ਵੇਵ ਖਤਮ ਹੋਏਗੀ, ਕਦੋਂ ਸੈਕੰਡ ਵੇਵ, ਇਹ ਸਾਰੀ ਨੌਲੇਜ ਰਿਸਰਚ ਕਰਕੇ ਕੌਣ ਦਿੰਦਾ ਹੈ? WHO। ਜਿੰਨੀਆਂ ਵੀ ਵੈਕਸੀਨਸ ਅਪਰੂਵ ਹੋ ਰਹੀਆਂ ਨੇ ਕਿ ਕਿਹੜੀ ਸਹੀ ਹੈ, ਉਹ ਕਿਹਦੇ ਕੋਲ ਅਪਰੂਵ ਕਰਵਾ ਰਹੀਆਂ ਨੇ ਕੰਟਰੀਜ਼, ਕੰਪਨੀਜ਼? WHO ਕੋਲ। 17th ਆ ਜਾਂਦਾ ਹੈ AIIB, ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਇਹ ਮਲਟੀਲੇਟਰਲ ਡਿਵੈਲਪਮੈਂਟ ਬੈਂਕ ਹੈ, ਮਤਲਬ ਕਿ ਇਹਦੇ ਬਹੁਤ ਸਾਰੇ ਕੰਮ ਨੇ। ਇਹਦਾ ਮੇਨ ਕੰਮ ਕੀ ਹੈ ਕਿ ਜਿੰਨੇ ਵੀ ਏਸ਼ੀਆ ਕੰਟੀਨੈਂਟ ਦੇ ਵਿੱਚ ਸੋਸ਼ਲ ਤੇ ਇਕਨੋਮਿਕ ਪ੍ਰੋਬਲਮਸ ਨੂੰ ਇੰਪਰੂਵ ਕਰਨਾ, ਉਹਨਾਂ ਨੂੰ ਫੰਡਿੰਗ ਦੇਣੀ ਕੰਟਰੀਜ਼ ਨੂੰ ਜਿਨ੍ਹਾਂ ਨੂੰ ਕਿ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਜਾਂ ਇਕਨੋਮਿਕ ਤਰ੍ਹਾਂ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਦੇ ਲਈ, ਕੋਈ ਇਸ ਤਰ੍ਹਾਂ ਦੀ ਪਾਲਿਸੀਜ਼ ਦੇ ਲਈ ਫੰਡਿੰਗ ਦੀ ਲੋੜ ਹੈ, ਉਹਨਾਂ ਨੂੰ ਪੈਸਾ ਦੇਣਾ, ਉਹ ਕੌਣ ਦਿੰਦਾ ਹੈ? AIIB। ਤੇ ਇਹਦੇ ਹੈੱਡਕੁਆਰਟਰ ਕਿੱਥੇ ਨੇ? ਬੀਜ਼ਿੰਗ, ਚਾਈਨਾ ਦੇ ਵਿੱਚ। 2016 ਜਨਵਰੀ ਦੇ ਵਿੱਚ ਇਹਨੇ ਆਪਣਾ ਕੰਮ ਸਟਾਰਟ ਕੀਤਾ ਸੀ। G20 ਨੇਸ਼ਨਸ ਦੇ 14 ਮੈਂਬਰਸ ਇਹਦਾ ਪਾਰਟ ਨੇ, ਜਿਹਦੇ ਵਿੱਚੋਂ ਕਿ ਮੇਨ ਵੱਡੀਆਂ ਕੰਟਰੀਜ਼ ਕਿਹੜੀਆਂ ਨੇ? ਫਰਾਂਸ, ਜਰਮਨੀ, ਇਟਲੀ, UK। 18th ਆ ਜਾਂਦਾ ਹੈ WIPO, ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਇੰਟੈਲੈਕਚੁਅਲ ਪ੍ਰੋਪਰਟੀ ਦਾ ਮਤਲਬ ਹੈ ਕੋਈ ਵੀ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਕਿਸੇ ਦਾ ਆਪਣਾ ਕੋਈ ਬ੍ਰਾਂਡ ਨੇਮ ਹੈ, ਕਿਸੇ ਨੇ ਕੋਈ ਆਪਣੀ ਨਵੀਂ ਇਨੋਵੇਸ਼ਨ ਤਿਆਰ ਕੀਤੀ ਹੈ, ਕੋਈ ਕਿਸੇ ਕੰਪਨੀ ਦਾ ਨਾਮ ਹੈ ਜਾਂ ਕਿਸੇ ਦਾ ਕੋਈ ਆਈਡੀਆ ਹੈ, ਇਹ ਸਾਰਾ ਕੁਝ ਦੇਖਣਾ ਇਹ ਕੌਣ ਦੇਖਦਾ ਹੈ? ਇਹ WIPO ਦੇਖਦੀ ਹੈ ਵਰਲਡ ਲੈਵਲ ਤੇ। 1967 ਦੇ ਵਿੱਚ ਇਹਨੂੰ ਕ੍ਰੀਏਟ ਕੀਤਾ ਗਿਆ ਸੀ ਟੂ ਐਨਕਰੇਜ ਕ੍ਰੀਏਟਿਵ ਐਕਟੀਵਿਟੀ, ਪ੍ਰਮੋਟ ਦੀ ਪ੍ਰੋਟੈਕਸ਼ਨ ਆਫ ਇੰਟੈਲੈਕਚੁਅਲ ਪ੍ਰੋਪਰਟੀ ਥਰੂ ਆਊਟ ਦ ਵਰਲਡ। ਇਹਦੇ ਹੈੱਡਕੁਆਰਟਰ ਕਿੱਥੇ ਨੇ? ਜਨੀਵਾ, ਸਵਿਟਜ਼ਰਲੈਂਡ। ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਡੇ ਕਦੋਂ ਮਨਾਇਆ ਜਾਂਦਾ ਹੈ? 26 ਅਪ੍ਰੈਲ ਨੂੰ। ਇੱਕ ਹੋਰ ਇੰਟਰਸਟਿੰਗ ਫੈਕਟ ਹੈ ਕਿ ਜਿਵੇਂ ਆਪਾਂ ਦੇਖਿਆ ਪੈਲੇਸਟੀਨ ਇਹ ਯੂਨਾਈਟਿਡ ਨੇਸ਼ਨ ਦੀ ਵੀ ਮੇਨ ਮੈਂਬਰ ਨਹੀਂ ਹੈ ਕਿਉਂਕਿ ਬਹੁਤ ਛੋਟੀ ਜੀ ਕੰਟਰੀ ਹੈ ਤੇ ਇਹਨੂੰ ਹਜੇ ਤੱਕ ਕੋਈ ਲੀਗਲ ਸਟੇਟਸ ਦੇ ਉੱਤੇ ਡਿਸਪਿਊਟ ਚੱਲ ਰਿਹਾ ਹੈ, ਬਟ ਪੈਲੇਸਟੀਨ ਦੇ ਕੋਲ ਪਰਮਾਨੈਂਟ ਆਬਜ਼ਰਵਰ ਸਟੇਟਸ ਹੈ WIPO ਦਾ। ਤੇ ਇੰਡੀਆ ਨੇ WIPO ਕਦੋਂ ਜੁਆਇਨ ਕੀਤੀ? 1975 ਦੇ ਵਿੱਚ। ਨੈਕਸਟ ਆਉਂਦੀ ਹੈ WMO, ਵਰਲਡ ਮੀਟੀਓਰੋਲੋਜੀਕਲ ਆਰਗੇਨਾਈਜੇਸ਼ਨ। ਬੇਸਿਕਲੀ ਇਹਦਾ ਸਿੰਪਲ ਜਿਹਾ ਕੰਮ ਹੈ ਕਿ ਐਨੂਅਲ ਵਰਲਡ ਕਲਾਈਮੇਟ ਕਿਸ ਤਰ੍ਹਾਂ ਦਾ ਹੈ, ਕਿੱਥੇ ਸੁਨਾਮੀਜ਼ ਆਉਣੀਆਂ ਨੇ, ਕਿੱਥੇ ਫਲੱਡਸ ਆਉਣੇ ਨੇ, ਕਿਸ ਤਰ੍ਹਾਂ ਦਾ ਕਲਾਈਮੇਟ ਚੱਲ ਰਿਹਾ, ਸੀਜ਼ਨਸ ਦੇ ਵਿੱਚ ਚੇਂਜ, ਕਦੋਂ ਮੌਨਸੂਨ ਆਉਣੀ ਹੈ, ਵਰਲਡ ਲੈਵਲ ਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਕੌਣ ਰੱਖਦੀ ਹੈ? ਵਰਲਡ ਮੀਟੀਓਰੋਲੋਜੀਕਲ ਆਰਗੇਨਾਈਜੇਸ਼ਨ। ਤੇ ਇਹ ਕਿੱਥੋਂ ਆਈ? ਇਹਦਾ ਆਈਡੀਆ ਕਿੱਥੋਂ ਐਮਰਜ ਹੋਇਆ? ਵੀਨਾ ਇੰਟਰਨੈਸ਼ਨਲ ਮੀਟੀਓਰੋਲੋਜੀਕਲ ਕਾਂਗਰਸ ਆਫ 1873 ਤੋਂ। ਤੇ ਇਹ ਸਪੈਸ਼ਲਾਈਜ਼ਡ ਏਜੰਸੀ ਕਦੋਂ ਬਣੀ ਯੂਨਾਈਟਿਡ ਨੇਸ਼ਨ ਦੀ? 1951 ਦੇ ਵਿੱਚ। 2020 ਦੇ ਵਿੱਚ
वर्ल्ड मीटीरियोलॉजिकल ऑर्गेनाइजेशन ने अपना 70th एनिवर्सरी सैलीब्रेट की है, 70 साल पूरे किए हैं। नेक्स्ट इज वर्ल्ड ट्रेड ऑर्गेनाइजेशन WTO। WTO बहुत इंपॉर्टेंट ऑर्गेनाइजेशन है। टोटल मैंबर किन्ने ने 164 ਤੇ 23 ਕੰਟਰੀਜ਼ ਦੇ ਕੋਲ ਆਬਜ਼ਰਵਰ ਸਟੇਟਸ ਹੈ। ਆਪਾਂ ਨੂੰ ਪਤਾ ਹੈ ਕਿ 1987 ਤੋਂ ਲੈ ਕੇ 1994 ਤੱਕ ਯੂਰੂਗੇ ਰਾਉਂਡਸ ਹੋਏ, ਕੁਝ ਡਿਸਕਸ਼ਨਸ ਹੋਈਆਂ, ਕਿਉਂਕਿ ਆਪਣੇ ਕੋਲ ਜਿਹੜਾ ਪਹਿਲਾਂ ਸੀਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਉਹ ਸੀ ਗੈਟ, ਜਨਰਲ ਅਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ। ਇਹਨੂੰ ਹਟਾ ਕੇ ਇੱਕ ਮੈਰਾਕਿਸ਼ ਅਗਰੀਮੈਂਟ ਤਿਆਰ ਕੀਤਾ ਗਿਆ 1996 ਦੇ ਵਿੱਚ, ਜਿਹਦੇ ਤੋਂ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਇਸਟੈਬਲਿਸ਼ਮੈਂਟ ਹੋਈ। ਜਿਹੜਾ ਪਹਿਲਾਂ ਵਾਲਾ ਗੈਟ ਸੀ ਉਹ 1947 ਦੇ ਵਿੱਚ ਬਣਿਆ ਸੀ ਤੇ ਉਸ ਤੋਂ ਬਾਅਦ WTO ਐਮਰਜ ਹੋ ਗਿਆ 1994 ਦੇ ਵਿੱਚ ਤੇ ਗੈਟ ਦਾ ਰੋਲ ਸੀ ਜਿਹੜਾ ਉਹ ਖਤਮ ਹੋ ਗਿਆ। WTO ਦਾ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ, ਦੋ ਤਰੀਕੇ ਨਾਲ ਇਹ ਕੰਮ ਕਰਦਾ ਹੈ। ਪਹਿਲਾ ਕੰਟਰੀਜ਼ ਦੇ ਨਾਲ ਸਿੱਧਾ ਡਾਇਰੈਕਟ ਟਾਕ ਕਰਦਾ ਹੈ, ਗੱਲ ਕਰਦਾ ਹੈ ਕਿ ਆਪਾਂ ਨੇ ਕਿਸ ਤਰ੍ਹਾਂ ਨਾਲ ਟ੍ਰੇਡਿੰਗ ਕਰਨੀ ਹੈ, ਨੈਗੋਸ਼ੀਏਟ ਕਰਦਾ ਹੈ ਰੂਲਸ ਨੂੰ। ਦੂਜਾ ਕੀ ਹੈ ਕਿ ਇਹ ਡਿਸਪਿਊਟ ਸੈਟਲ ਕਰਦਾ ਹੈ ਉਸ ਰੂਲਸ ਦੇ ਅਕੋਰਡਿੰਗ, ਜੇ ਕਿਸੇ 'ਚ ਕੋਈ ਪ੍ਰੋਬਲਮ ਆਉਂਦੀ ਹੈ। ਫਰਸਟ ਕੀ ਸੀ ਕਿ ਰੂਲਸ ਨੂੰ ਸਾਰਿਆਂ ਨਾਲ ਗੱਲ ਕਰਕੇ ਤਿਆਰ ਕਰਦਾ ਹੈ, ਫਿਰ ਜੇ ਕੋਈ ਰੂਲਸ ਦੇ ਅਕੋਰਡਿੰਗ ਕੰਮ ਨਹੀਂ ਕਰ ਰਿਹਾ, ਕੋਈ ਡਿਸਪਿਊਟ ਆ ਰਿਹਾ ਤਾਂ ਉਹ ਡਿਸਪਿਊਟ ਨੂੰ ਹੈਂਡਲ ਕਰਦਾ ਹੈ। ਤੇ WTO ਕਿਸੇ ਵੀ ਕੰਟਰੀ ਦੇ ਵਿੱਚ ਜੇ ਕੋਈ ਇਨਵਾਇਰਨਮੈਂਟ ਨਾਲ ਰਿਲੇਟਿਡ, ਕੋਈ ਹੈਲਥ ਨਾਲ, ਕੋਈ ਪੀਸ ਨਾਲ, ਕਿਸੇ ਵੀ ਤਰ੍ਹਾਂ ਨਾਲ ਕੋਈ ਰਿਲੇਟਿਡ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਰੀਆਂ ਪ੍ਰੋਬਲਮਸ ਨੂੰ ਹੈਂਡਲ ਕਰਦਾ WTO। ਸੋ ਬੇਸਿਕਲੀ ਸਿਰਫ ਇਹਦਾ ਟ੍ਰੇਡ ਤੱਕ ਦਾ ਹੀ ਮਤਲਬ ਨਹੀਂ, ਇਹਦਾ ਇਹ ਵੀ ਮਤਲਬ ਹੈ ਕਿ ਜਿਹੜਾ ਟ੍ਰੇਡ ਹੋ ਰਿਹਾ ਉਹਦਾ ਕਿਸੇ ਇਨਵਾਇਰਨਮੈਂਟ ਤੇ ਨੁਕਸਾਨ ਨਾ ਹੋਵੇ, ਕਿਸੇ ਦੀ ਹੈਲਥ ਤੇ ਨੁਕਸਾਨ ਨਾ ਹੋਵੇ, ਕੋਈ ਡੇਂਜਰਸ ਚੀਜ਼ਾਂ ਦਾ ਟ੍ਰੇਡ ਨਾ ਹੋਵੇ, ਸਾਰੇ ਕਿਤੇ ਸ਼ਾਂਤੀ ਬਣੀ ਰਹੇ, ਸਟੇਬਿਲਿਟੀ ਰਹੇ। ਇਹ ਸਾਰੀਆਂ ਚੀਜ਼ਾਂ WTO ਦੇਖਦੀ ਹੈ। ਨੈਕਸਟ ਇਜ਼ ਐਮਨੈਸਟੀ ਇੰਟਰਨੈਸ਼ਨਲ। ਇਹ ਬਹੁਤ ਇੰਪੋਰਟੈਂਟ ਆਪਣੇ ਇੰਟਰਨੈਸ਼ਨਲ ਲੈਵਲ ਦੀ ਇਕਲੌਤੀ ਇੱਕ ਇਹੋ ਜਿਹੀ NGO ਹੈ ਜਿਹੜੀ ਕਿ ਸਾਰੇ ਕਿਤੇ ਬਹੁਤ ਐਕਟਿਵਲੀ ਕੰਮ ਕਰਦੀ ਹੈ। ਹਰ ਕੰਟਰੀ ਦੇ ਵਿੱਚ ਇਕਨੋਮਿਕ ਪੀਸ ਹੋਵੇ, ਲੋਕਾਂ ਦੇ ਮਨੁੱਖੀ ਅਧਿਕਾਰ ਨੇ ਜਿਹੜੇ ਉਹ ਇਨਫ੍ਰਿੰਜ ਨਾ ਹੋਣ, ਵਾਇਲੇਟ ਨਾ ਹੋਣ, ਹਰ ਕਿਸੇ ਨੂੰ ਹਿਊਮਨ ਰਾਈਟਸ ਦੇ ਬਾਰੇ ਅਵੇਅਰਨੈਸ ਹੋਵੇ। ਇਹ ਸਾਰੀਆਂ ਚੀਜ਼ਾਂ ਕੌਣ ਦੇਖਦਾ? ਐਮਨੈਸਟੀ ਇੰਟਰਨੈਸ਼ਨਲ। ਬੇਸਿਕਲੀ ਪੀਸ ਨੂੰ ਲੈ ਕੇ, ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਕੰਮ ਕਰਦੀ ਹੈ, ਲੋਕਾਂ ਦੇ ਹਿਊਮਨ ਰਾਈਟਸ ਨੂੰ ਲੈ ਕੇ ਕੰਮ ਕਰਦੀ ਹੈ ਤੇ ਇਹ ਕਿੱਥੇ ਬੇਸਡ ਹੈ? ਲੰਡਨ ਦੇ ਵਿੱਚ। ਕਦੋਂ ਬਣੀ? 1961 ਦੇ ਵਿੱਚ। ਨੈਕਸਟ ਆਉਂਦਾ ਬ੍ਰਿਕਸ। ਜਿਹੜਾ ਸ਼ਾਰਟ ਫਾਰਮ ਹੈ ਬ੍ਰਿਕਸ, ਇਹ ਕਿਹਨੇ ਸ਼ਾਰਟ ਫਾਰਮ ਦਿੱਤੀ? 2001 ਦੇ ਵਿੱਚ ਇਕੋਨੋਮਿਸਟ ਜਿਮ ਓ ਨੀਲ ਨੇ ਸ਼ਾਰਟ ਫਾਰਮ ਦਿੱਤੀ। ਬਹੁਤ ਇੰਪੋਰਟੈਂਟ ਨੇਮ ਹੈ, ਯੂ ਮਸਟ ਰਿਮੈਂਬਰ ਦਿਸ। ਸਟਾਰਟਿੰਗ ਵਿੱਚ ਬ੍ਰਿਕ ਹੈ ਜਿਹੜੀ ਉਹ 4 ਕੰਟਰੀਜ਼ ਨੂੰ ਲੈ ਕੇ ਬਣੀ ਸੀ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ। ਲੇਟਰ ਦਸੰਬਰ 2010 ਦੇ ਵਿੱਚ ਜਦੋਂ ਸਾਊਥ ਅਫਰੀਕਾ ਨੂੰ ਇੱਕ ਮੀਟਿੰਗ, ਇੱਕ ਸਮਿਟ ਜੁਆਇਨ ਕਰਨ ਦੇ ਲਈ ਇਨਵਾਈਟ ਕੀਤਾ ਤਾਂ ਉੱਥੇ ਸਾਊਥ ਅਫਰੀਕਾ ਵੀ ਵਿੱਚ ਐਡ ਹੋ ਗਈ ਤੇ ਬ੍ਰਿਕ ਨੂੰ ਹਟਾ ਕੇ ਬ੍ਰਿਕਸ ਬਣ ਗਈ। ਸੋ ਬ੍ਰਿਕਸ ਕੀ ਹੈ? ਇਹਦਾ ਮੇਨ ਮਤਲਬ ਕੀ ਹੈ ਕਿ ਆਪਸ ਦੇ ਵਿੱਚ ਜਿਹੜੀਆਂ ਕੰਟਰੀਜ਼ ਨੇ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਇਹਨਾਂ ਨੂੰ ਕੋਈ ਸਸਟੇਨੇਬਿਲਿਟੀ ਦੀ, ਕੋਈ ਕੋਆਪਰੇਸ਼ਨ ਦੀ, ਜਾਂ ਕਿਸੇ ਨੂੰ ਕੋਈ ਇਕਨੋਮਿਕਲੀ, ਸੋਸ਼ਲੀ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਤਾਂ ਇਹ ਕੰਟਰੀਜ਼ ਇੱਕ ਦੂਜੇ ਦੀ ਡਿਵੈਲਪਮੈਂਟ ਦੇ ਲਈ ਹੈਲਪ ਕਰਨਗੇ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਬ੍ਰਿਕਸ ਦਾ ਜਿਹੜਾ 6th ਸਮਿਟ ਹੋਇਆ ਸੀ ਫੋਰਟ ਜ਼ਿਲ੍ਹਾ ਦੇ ਵਿੱਚ 2014 'ਚ, ਤਾਂ ਉੱਥੇ ਨਿਊ ਡਿਵੈਲਪਮੈਂਟ ਬੈਂਕ, ਇੱਕ ਬੈਂਕ ਦੀ ਇਸਟੈਬਲਿਸ਼ਮੈਂਟ ਕੀਤੀ ਗਈ ਜਿਹਦੇ ਕਿ ਹੈਡਕੁਆਰਟਰਸ ਨੇ ਸ਼ੰਘਾਈ, ਚਾਈਨਾ ਦੇ ਵਿੱਚ। ਜਿਹੜਾ ਫੋਰਟ ਜ਼ਿਲ੍ਹਾ ਡੈਕਲੇਰੇਸ਼ਨ ਹੈ, ਇਹਨੇ ਕੀ ਕੀਤਾ? ਇਹਨੇ ਸਟ੍ਰੈਸ ਕੀਤਾ ਕਿ ਇੱਕ ਨਿਊ ਡਿਵੈਲਪਮੈਂਟਲ ਬੈਂਕ ਬਣਾਇਆ ਜਾਵੇ ਜਿਹੜਾ ਕਿ ਜਿੰਨੀਆਂ ਵੀ ਬ੍ਰਿਕਸ ਕੰਟਰੀਜ਼ ਨੇ ਆਪਸ ਦੇ ਵਿੱਚ ਇਹਨਾਂ ਨੇ ਜਿਹੜੇ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਜਾਂ ਕੋਈ ਵੀ ਇਹਨਾਂ ਨੂੰ ਏਡ ਦੀ ਜ਼ਰੂਰਤ ਹੈ ਤਾਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣ। ਮਤਲਬ ਪ੍ਰਾਇੋਰਿਟੀ ਬ੍ਰਿਕਸ ਕੰਟਰੀਜ਼ ਨੂੰ ਦੇਣ ਦੇ ਲਈ ਨਿਊ ਡਿਵੈਲਪਮੈਂਟ ਬੈਂਕ ਦੀ ਇਸਟੈਬਲਿਸ਼ਮੈਂਟ ਹੋਈ ਜਿਹਦੇ ਨਾਲ ਕਿ ਫੰਡਿੰਗ ਵਗੈਰਾ ਦੇ ਵਿੱਚ ਇੱਕ ਆਸਾਨੀ ਹੋ ਜਾਵੇ। ਨੈਕਸਟ ਆਉਂਦੀਆਂ ਨੇ G7, ਗਰੁੱਪ ਆਫ 7। ਇੱਕ ਇਨਫਾਰਮਲ ਬਲੌਕ ਹੈ ਜਿੰਨੀਆਂ ਵੀ ਇੰਡਸਟਰੀਅਲਾਈਜ਼ਡ ਡੈਮੋਕ੍ਰੇਸੀਜ਼ ਨੇ, ਜਿਹੜੇ ਵੀ ਇੰਡੀਪੈਂਡੈਂਟ, ਸੋਵਰਨ, ਸਟਰੋਂਗ ਡੈਮੋਕ੍ਰੈਟਿਕ ਕੰਟਰੀਜ਼ ਨੇ ਜਿਹੜੇ ਕਿ ਇੰਡਸਟਰੀਅਲੀ ਬਹੁਤ ਜ਼ਿਆਦਾ ਸਟਰੋਂਗ ਨੇ, ਉਹ 7 ਕੰਟਰੀਜ਼ ਦਾ ਜਿਹੜਾ ਇਕੱਠ ਹੈ, ਜੋੜ ਹੈ, ਗਰੁੱਪ ਹੈ,
ਉਹਨੂੰ ਆਪਾਂ G7 ਦਾ ਨਾਮ ਦਿੱਤਾ ਹੈ। ਫਰਾਂਸ, ਜਰਮਨੀ, ਇਟਲੀ, UK, ਜਾਪਾਨ, US ਐਂਡ ਕੈਨੇਡਾ। ਇਹ ਆਪਸ ਦੇ ਵਿੱਚ ਐਨੂਅਲੀ ਹਰ ਸਾਲ ਮਿਲਦੀਆਂ ਨੇ, ਡਿਸਕਸ ਕਰਦੀਆਂ ਨੇ ਇਹਨਾਂ ਦੇ ਕਾਮਨ ਇੰਟਰਸਟ ਜਿਹੜੇ ਕਿ ਇਹਨਾਂ ਨੇ ਸੈੱਟ ਕੀਤੇ ਨੇ ਐਜ਼ ਪ੍ਰੋਟੋਕੋਲਸ, ਰੂਲਸ ਆਫ देयर ਫਾਰਮੇਸ਼ਨ, ਜਿਵੇਂ ਕਿ ਇਹਨਾਂ ਨੇ ਇਕਨੋਮਿਕ ਗਵਰਨੈਂਸ ਕਿਵੇਂ ਕਰਨੀ ਹੈ, ਕੋਈ એનર્ਜੀ ਨੂੰ ਲੈ ਕੇ ਪਾਲਿਸੀ ਹੈ, ਕੋਈ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ। ਸੋ ਬੇਸਿਕਲੀ ਟਾਈਮ ਟੂ ਟਾਈਮ ਇਹ ਆਪਸ ਦੇ ਵਿੱਚ ਸਬਮਿਟਸ ਹੋਸਟ ਕਰਦੀਆਂ ਰਹਿੰਦੀਆਂ ਨੇ ਤੇ ਰੋਟੇਸ਼ਨਲ ਬੇਸਿਸ ਦੇ ਉੱਤੇ ਹੈਡ ਹੁੰਦੇ ਨੇ, ਮਤਲਬ ਕਦੇ ਇੱਕ ਕੰਟਰੀ ਫਿਰ ਦੂਜੇ ਸਾਲ ਦੂਜੀ ਕੰਟਰੀ, ਇਸ ਤਰ੍ਹਾਂ ਨਾਲ ਅਲੱਗ-ਅਲੱਗ ਜਗ੍ਹਾ ਤੇ ਸਬਮਿਟਸ ਹੁੰਦੇ ਨੇ। ਤੇ ਜਦੋਂ ਇਹ G7 ਕੰਟਰੀਜ਼ ਦੇ ਵਿੱਚ ਰਸ਼ੀਆ ਨੂੰ ਐਡ ਕਰ ਦਿੰਦੇ ਆ ਤਾਂ ਉਹ G8 ਬਣ ਜਾਂਦਾ ਹੈ। ਸੋ G8 ਕੁਛ ਨਹੀਂ ਹੈ, ਇਹ ਵੀ G7 ਹੀ ਹੈ ਇੱਕ ਤਰ੍ਹਾਂ ਨਾਲ, ਬਸ ਉਹਦੇ ਵਿੱਚ ਆਪਾਂ ਇੱਕ ਰਸ਼ੀਆ ਅਲੱਗ ਤੋਂ ਕੰਟਰੀ ਐਡ ਕਰ ਦਿੰਦੇ ਆ। ਬਿਨਾਂ ਰਸ਼ੀਆ ਤੋਂ ਜਿਹੜੀ ਇਨੀਸ਼ੀਅਲੀ ਬਣਿਆ ਸੀ ਗਰੁੱਪ ਉਹ ਸੀ G7 ਕੰਟਰੀ। ਇੱਕ ਹੋਰ ਆਉਂਦਾ G15। G15 ਸੀ ਜਿਹੜਾ ਇਹ 15 ਡਿਵੈਲਪਿੰਗ ਕੰਟਰੀਜ਼ ਨੂੰ ਲੈ ਕੇ ਬਣਿਆ ਸੀ 1989 ਦੇ ਵਿੱਚ। 9th ਨਾਨ ਅਲਾਈਨਡ ਮੂਵਮੈਂਟ ਜਿਹੜਾ ਸਬਮਿਟ ਹੋਇਆ ਸੀ ਬੈਲਗ੍ਰੇਡ ਦੇ ਵਿੱਚ, ਉੱਥੇ ਇੱਕ ਤਰ੍ਹਾਂ ਦੇ ਨਾਲ 15 ਜਿਹੜੀਆਂ ਡਿਵੈਲਪਿੰਗ ਕੰਟਰੀ ਸੀਗੀਆਂ ਉਹ ਇਕੱਠੀਆਂ ਹੋਈਆਂ, ਉਹਨਾਂ ਨੇ ਆਪਣਾ ਅਲੱਗ ਤੋਂ ਗਰੁੱਪ ਬਣਾ ਲਿਆ 1989 ਦੇ ਵਿੱਚ G15। ਇਹਦਾ ਮੇਨ ਏਮ ਕੀ ਸੀਗਾ ਕਿ ਜਿਹੜੀਆਂ ਵੀ G7 ਇੰਡਸਟਰੀਅਲਾਈਜ਼ਡ ਕੰਟਰੀਜ਼ ਨੇ, ਆਲਰੇਡੀ ਆਪਾਂ ਜਿਹੜੇ ਪੜ੍ਹ ਚੁੱਕੇ ਹਾਂ, ਤਾਂ ਉਹਨਾਂ ਦੇ ਨਾਲ ਆਪਣਾ ਇੱਕ ਇਨਵੋਲਵਮੈਂਟ ਹੋਵੇ ਕਿ ਕੁਝ ਨਵੀਆਂ ਕੰਟਰੀਜ਼ ਚਾਹੁੰਦੀਆਂ ਸੀ ਕਿ ਅਸੀਂ ਵੀ ਵਿੱਚ ਐਡ ਹੋਈਏ ਇੰਡਸਟਰੀਅਲਾਈਜ਼ਡ ਡੈਮੋਕ੍ਰੇਸੀਜ਼ ਦੇ ਵਿੱਚ। ਸੋ ਜਦੋਂ G7 plus 8 ਨਵੀਆਂ ਕੰਟਰੀਜ਼ ਮਿਲ ਕੇ 1989 ਦੇ ਵਿੱਚ ਆਪਸ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਗਰੁੱਪ ਬਣਾ ਲਿਆ G15। ਤੇ ਜਿਹੜਾ ਪਹਿਲਾ ਸਬਮਿਟ ਹੋਇਆ ਸੀ G15 ਦਾ ਉਹ ਮਲੇਸ਼ੀਆ ਦੇ ਵਿੱਚ ਹੋਇਆ ਸੀ 1990 ਦੇ ਵਿੱਚ। ਸੋ G20 ਕੀ ਹੈ? G20 ਬੇਸਿਕਲੀ ਸਿੰਪਲ ਜਿਹਾ ਆਪਾਂ ਨੇ ਇਹ ਯਾਦ ਰੱਖਣਾ ਹੈ ਕਿ ਜਦੋਂ 1998 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਬਹੁਤ ਵੱਡੇ ਲੈਵਲ ਤੇ, ਤਾਂ ਉਦੋਂ ਸਾਰੀਆਂ ਜਿਹੜੀਆਂ ਕੰਟਰੀ ਸੀ ਜਿੱਥੇ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ, ਉਹਨਾਂ ਦੇ ਫਾਈਨੈਂਸ਼ੀਅਲ ਮਿਨਿਸਟਰਸ ਤੇ ਸੈਂਟਰਲ ਬੈਂਕ ਦੇ ਜਿਹੜੇ ਗਵਰਨਰ ਸੀ ਉਹ ਮਿਲੇ, ਉਹਨਾਂ ਨੇ ਆਪਸ ਦੇ ਵਿੱਚ ਹੱਥ ਮਿਲਾਏ ਕਿ ਹੁਣ ਆਪਾਂ ਨੂੰ ਇਕੱਠੇ ਹੋ ਕੇ ਕੋਆਪਰੇਟ ਕਰਕੇ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਦੂਰ ਕਰਨ ਦੇ ਲਈ ਸੋਲਿਊਸ਼ਨਸ ਲੱਭਣੇ ਪੈਣਗੇ। ਤਾਂ ਉਹਨਾਂ ਨੇ ਗਲੋਬਲ ਲੈਵਲ ਤੇ ਜਿਹੜੀ ਇਕਨੋਮੀ ਸੀਗੀ ਉਹਨੂੰ ਫੋਕਸ ਕੀਤਾ। ਸੋ ਜਿਹੜਾ ਇਹ ਗਰੁੱਪ ਬਣਿਆ ਸੀਗਾ 1999 ਦੇ ਵਿੱਚ, ਇਹਨੂੰ ਆਪਾਂ ਕਹਿੰਦੇ ਆ G20 ਗਰੁੱਪ। ਬੇਸਿਕਲੀ ਇਹਦਾ ਏਮ ਕੀ ਸੀਗਾ? ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਦੂਰ ਕਰਨਾ। ਤੇ ਇਹਦੇ ਵਿੱਚ ਮੈਂਬਰਸ ਕਿਹੜੇ ਸੀਗੇ? ਜਿਹੜੇ G7 ਕੰਟਰੀਜ਼ ਦੇ 7 ਮੈਂਬਰਸ ਨੇ ਉਹ ਤਾਂ ਇਹਦੇ ਵਿੱਚ ਹੈਗੇ ਨੇ, ਨਾਲ 13 ਹੋਰ ਮੈਂਬਰ ਕੰਟਰੀਜ਼ ਸੀਗੀਆਂ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਚਾਈਨਾ, ਇੰਡੀਆ, Indonesia, Mexico, Russia, Saudi Arabia, South Africa, South Korea, and Turkey. So last organization for today is 27th International Organization G77. A largest intergovernmental organization है developing countries ਦੀ United Nations ਦੇ ਅੰਡਰ। ਇੰਡੀਆ ਇਹਦਾ ਇੱਕ ਮੈਂਬਰ ਹੈ। ਜਿਹੜਾ G7 ਗਰੁੱਪ ਹੈ, ਗਰੁੱਪ ਆਫ 77 ਕੰਟਰੀਜ਼, 1964 ਦੇ ਵਿੱਚ ਬਣਿਆ। 15 ਜੂਨ ਨੂੰ 77 ਡਿਵੈਲਪਿੰਗ ਕੰਟਰੀਜ਼ ਨੇ ਮਿਲ ਕੇ ਇੱਕ ਸਾਈਨ ਕੀਤੀ ਸੀ ਡੈਕਲੇਰੇਸ਼ਨ। ਤੇ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਪਹਿਲੀ ਮੀਟਿੰਗ ਸੀਗੀ ਉਹ ਐਲਜੀਅਰਸ ਦੇ ਵਿੱਚ ਕੰਡਕਟ ਕੀਤੀ ਗਈ 1967 ਦੇ ਵਿੱਚ। ਮੇਨ ਏਮ ਕੀ ਹੈ ਕਿ ਜਿੰਨੀਆਂ ਵੀ ਕੰਟਰੀਜ਼ ਹਜੇ ਡਿਵੈਲਪ ਹੋ ਰਹੀਆਂ ਨੇ, ਹਜੇ ਹੋਈਆਂ ਨਹੀਂ, ਜਿਵੇਂ ਕਿ ਇੰਡੀਆ ਹੈ ਹਜੇ ਡਿਵੈਲਪ ਹੋ ਰਹੀ ਹੈ, ਉਹ ਕੰਟਰੀਜ਼ ਦਾ ਵਰਲਡ ਲੈਵਲ ਤੇ ਇੱਕ ਇੰਟਰਸਟ ਨੂੰ ਕਲੈਕਟਿਵਲੀ ਇਕੱਠੇ ਹੋ ਕੇ ਸੇਫਗਾਰਡ ਕਰਨਾ, ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈ ਤਾਂ ਉਸ ਨੂੰ ਦੂਰ ਕਰਨਾ। ਉਹ 77 ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਨੇ ਜਦੋਂ ਆਪਸ ਦੇ ਵਿੱਚ ਕੋਆਪਰੇਟ ਕਰਕੇ ਇੱਕ ਅਗਰੀਮੈਂਟ ਤਿਆਰ ਕੀਤਾ ਤਾਂ ਉਸ ਗਰੁੱਪ ਨੂੰ ਆਪਾਂ G77 ਦਾ ਨਾਮ ਦਿੰਦੇ ਹਾਂ। So this was all about part 1 on the topic international organizations, and I have covered 27 organizations. The rest 23 will be covered in part 2 video, which I will be uploading tomorrow. Please stay tuned and do subscribe to my channel. I hope you liked and understood the video. Please do like, share, comment and subscribe to my channel. Thank you.